ਹਾਂਜੀ, ਇਹ 662 ਅੰਗ ਦੇ ਉੱਤੇ ਤਨਾਸੀ ਰਾਗ ਦੇ ਵਿੱਚ ਪਹਿਲੀ ਪਾਤਸ਼ਾਹੀ ਦੇ ਸ਼ਬਦ ਹੈ ਜੀ। ਇਹ ਮਾਈਕ ਬੰਦ ਕਰ ਦੇਣਾ। ਹਾਂਜੀ, ਇਹ ਜਿਹੜਾ ਹੈਗਾ ਪਹਿਲਾ ਹੀ ਸ਼ਬਦ ਹੈਗਾ ਔਰ 8ਵਾਂ ਸ਼ਬਦ ਹੈ ਸੀਰੀਅਲ ਵਾਈਜ਼ ਟੌਪਿਕ ਦਾ ਪਹਿਲਾ ਸ਼ਬਦ ਆ। ਔਰ ਇਸ ਤੋਂ ਅੱਗੇ ਜਿਹੜਾ ਹੈਗਾ ਉਹ ਆਰਤੀ ਵਾਲਾ ਸ਼ਬਦ ਹੈ, ਉਹ ਵੀ ਜਿਹੜਾ ਹੈਗਾ ਪਹਿਲਾ ਹੀ ਸ਼ਬਦ ਆ। ਇਹ ਇੱਕੋ ਹੀ ਸ਼ਬਦ ਹੈ ਔਰ ਇਹਦੇ ਵਿੱਚ ਪੂਰਾ ਗਿਆਨ ਦੇ ਰਹੇ ਮਹਾਰਾਜ। ਮਹਾਰਾਜ ਮਿਹਰ ਕਰਨ ਜੀ। ਤਨਾਸਰੀ ਮਹਲਾ ਪਹਿਲਾ, ਘਰ ਤੀਜਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢੱਬ। ਥਾਨਸਟ ਜਗ ਭਰਿਸ਼ਟ ਹੋਏ, ਡੂਬਤਾ ਇਵ ਜਗ। ਸਾਰਾ ਸੰਸਾਰ ਦੇਖੋ, ਸਾਰੇ ਸੰਸਾਰ ਦੇ ਬਾਰੇ ਮਹਾਰਾਜ ਕਹਿੰਦੇ ਸਾਰਾ ਸੰਸਾਰ ਜਿੰਨੇ ਵੀ ਲੋਕ ਆਉਂਦੇ ਆ, ਇਹ ਮਨੁੱਖੀ ਜੂਨ ਦੀ ਗੱਲ ਕਰ ਰਹੇ ਆ ਭਾਈ। ਇਹ ਸਾਰੇ ਜਿਹੜੇ ਹੈਗੇ ਮੈਕਸੀਮਮ ਡੁੱਬੀ ਜਾ ਰਹੇ, ਡੁੱਬ ਜਾਂਦੇ ਆ ਸੰਸਾਰ ਦੇ ਵਿੱਚ। ਮਨੁੱਖੀ ਜੂਨ ਪਾ ਕੇ ਜਿਹੜਾ ਹੈਗਾ ਇਹ ਇਸ ਸੰਸਾਰ ਜਿਹੜਾ ਹੈਗਾ, ਇਹ ਜਿਹੜੀ ਪ੍ਰਕਿਰਤੀ ਹੈਗੀ ਆ, ਇਹਦੇ ਤੋਂ ਪਾਰ ਇਹ ਬ੍ਰਹਮ ਜਿਹੜਾ ਹੈਗਾ, ਇਸ ਤੋਂ ਪਾਰ ਨਹੀਂ ਹੋ ਪਾਉਂਦੇ। ਪਾਰ ਬ੍ਰਹਮ ਜਿਹੜਾ ਹੈਗਾ ਉਹਦੇ ਕੋਲ ਨਹੀਂ ਪਹੁੰਚ ਪਾਉਂਦੇ। ਉਹ ਇਹ ਵੀ ਬ੍ਰਹਮ ਹੈਗਾ, ਉਸ ਮਾਲਕ ਪਰਮਾਤਮਾ ਨੇ ਹੀ ਬਣਾਇਆ, ਉਹਦੇ ਵਿੱਚ ਹੀ ਹੈਗਾ ਇਹ ਸਾਰਾ ਦਾ ਸਾਰਾ। ਇਹ ਖੇਡ, ਇਹ ਪੌਜਲ, ਇਹਨੂੰ ਪੌਜਲ ਕਹਿੰਦੇ ਆ, ਇਹਨੂੰ ਸੰਸਾਰ ਸਮੁੰਦੇ ਕਹਿੰਦੇ ਆ, ਇਹਨੂੰ ਵਿਸ਼ੇ ਵਿਕਾਰ ਕਹਿ ਰਹੇ ਮਹਾਰਾਜ। ਇਹ ਜਿਹੜਾ ਹੈਗਾ ਕਹਿੰਦੇ ਇਹਦੇ ਵਿੱਚ ਡੂਬਤਾ ਇਵ ਜਗ। ਇਹ ਸੰਸਾਰ ਜਿਹੜਾ ਹੈਗਾ, ਇਹ ਸਾਰੇ ਲੋਕੀ ਡੁੱਬੀ ਜਾਂਦੇ ਆ। ਥਾਨਸ਼ਟ ਜਗ, ਥਾਨਸ਼ਟ ਕਹਿੰਦੇ ਆ ਪਵਿੱਤਰ। ਹੁਣ ਆਤਮਾ ਤਾਂ ਬਿਲਕੁਲ ਪਵਿੱਤਰ ਹੈਗੀ ਹੈ। ਭਰਿਸ਼ਟ ਹੋਏ, ਥਾਨਸ਼ਟ ਜਗ ਭਰਿਸ਼ਟ ਹੋਇਆ, ਭਰਿਸ਼ਟ ਹੋ ਜਾਂਦੀ ਹੈ। ਪਰ ਐਸਾ ਮਨ ਜਿਹੜਾ ਹੈਗਾ ਪੈਦਾ ਹੋ ਜਾਂਦਾ ਹੈ, ਕਾਰਨ ਸ਼ੀਰ ਐਸਾ ਮਨ ਪੈਦਾ ਹੋ ਜਾਂਦਾ ਹੈ, ਐਸੇ ਸੰਸਕਾਰ ਪੈਦਾ ਹੋ ਜਾਂਦੇ ਆ ਕਿ ਉਹ ਜਿਹੜੇ ਹੈਗੇ ਇਹ ਮਾਇਆ ਵੱਲ ਨੂੰ ਜਿਹੜਾ ਹੈਗਾ, ਇਹ ਟਰੈਪ ਵੱਲ ਨੂੰ, ਇਹ ਚੋਗੇ ਵੱਲ ਨੂੰ, ਇਹ ਜਿਹੜਾ ਹੈਗਾ ਸੰਸਾਰ ਸਮੁੰਦਰ ਜਿਹੜਾ ਹੈਗਾ ਵਿਸ਼ੇ ਵਿਕਾਰਾਂ ਦਾ, ਇਹਦੇ ਵੱਲ ਨੂੰ ਜਿਹੜਾ ਹੈਗਾ ਆਪਾਂ ਨੂੰ ਇਹਦੇ ਵਿੱਚ ਡੁਬੋ ਦਿੰਦੇ। ਐਸਾ ਸਵਾਦ ਪਾਇਆ ਹੋਇਆ, ਐਸਾ ਚਸਕਾ ਮਾਲਕ ਨੇ ਐਸੇ ਸਵਾਦ ਪਾਏ। ਇਹੀ ਗੇਮ ਹੈ ਮਾਲਕ ਪਰਮਾਤਮਾ ਦੀ, ਕੋਈ ਬੁਰੀ ਚੀਜ਼ ਨਹੀਂ ਹੈ। ਇਹ ਮੈਚ ਆ, ਗੇਮ ਹੈ, ਖੇਡਣਾ ਇਹਨੂੰ ਆਪਾਂ ਨੇ ਗੁਰੂ ਨੂੰ ਨਾਲ ਰੱਖ ਕੇ ਆਪਾਂ ਨੇ ਖੁਸ਼ੀ ਦੇ ਨਾਲ ਇਸ ਕੰਮ ਨੂੰ ਕਰਨਾ ਹੈ। ਇਸ ਨਾਲ ਇਹ ਖੇਡਿਆ ਮਾਲਕ ਪਰਮਾਤਮਾ ਦੀ, ਖੁਸ਼ੀ ਨਾਲ ਲੈਣਾ ਇਹਨੂੰ। ਵੀ ਮੇਰਾ ਕੀ ਬਣੂਗਾ, ਮੈਂ ਕੀ ਹੋ ਜਾਊਗਾ, ਆਪਾਂ ਚਿੰਤਾ ਦੀ ਕੀ ਲੋੜ ਹੈ ਆਪਾਂ ਨੂੰ। ਆਪਾਂ ਤਾਂ ਨਿਰਾਸ਼ ਨਹੀਂ ਹੋਣਾ, ਨਿਰਾਸ਼ ਨਹੀਂ ਹੋਣਾ। ਬਿਲਕੁਲ ਇਹ ਗੇਮ ਜਿਹੜੀ ਹੈ ਇਹ ਖੁਸ਼ੀ ਦੇ ਨਾਲ ਕਰਨ ਵਾਲੀ ਹੈਗੀ, ਕਿਉਂਕਿ ਗੁਰੂ ਆਪਣੀ ਸਾਈਡ ਤੇ ਆ ਗਿਆ, ਬ੍ਰਹਮ ਗਿਆਨ ਆ ਗਿਆ ਆਪਣੇ ਕੋਲ, ਬ੍ਰਹਮ ਗਿਆਨੀ ਆ ਗਏ। ਆਪਾਂ ਨੂੰ ਕੀ, ਫਿਰ ਤਾਂ ਹਾਰਨ ਦਾ ਕੋਈ ਚਾਂਸ ਹੀ ਨਹੀਂ ਹੈ। ਫਿਰ ਹਾਰਨ ਦਾ ਕੋਈ ਚਾਂਸ ਨਹੀਂ ਹੈਗਾ। ਥਾਨਸ਼ਟ ਜਗ ਭਰਿਸ਼ਟ ਹੋਏ, ਡੂਬਤਾ ਇਵ ਜਗ। ਇਹ ਵਿਸ਼ੇ ਵਿਕਾਰਾਂ ਦੇ ਉੱਤੇ ਜਿਹੜਾ ਚੋਗਾ ਪਾਇਆ, ਇਸੇ ਦੇ ਉੱਤੇ ਇਹੀ ਜਿਹੜਾ ਹੈਗਾ ਆਪਾਂ ਇਹਨੂੰ ਸਵਾਦ ਹੈ ਮਾਲਕ ਨੇ ਪਾਇਆ ਹੋਇਆ ਹੈ। ਮਾਲਕ ਨੇ ਪਾਇਆ ਡੁਬੋਣ ਵਾਸਤੇ, ਡੁਬਕੀਆਂ ਦੇਣ ਵਾਸਤੇ ਹੀ ਪਾਇਆ ਹੈ ਮਾਲਕ ਨੇ। ਹੋਰ ਮਾਲਕ ਨੇ ਐਵੇਂ ਥੋੜ੍ਹੀ ਨਾ ਪਾਇਆ ਹੋਇਆ। ਹੁਣ ਕਹਿੰਦੇ ਆ ਜਿਹੜੀ ਗੇਮ ਪਾਈ ਹੋਈ ਆ ਕਾਲ ਨਾਹੀਂ, ਕਹਿੰਦੇ ਇਹਦੇ ਵਿੱਚ ਤਾਂ ਫਿਰ ਜਿਹੜਾ ਹੈਗਾ ਸਮਾਂ ਨਿਰਧਾਰਿਤ ਆ। ਆ ਜਾਓ ਪਿਆਰਿਓ, ਲੇਟ ਨਾ ਕਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥਾਨਸ਼ਟ ਜਗ ਭਰਿਸ਼ਟ ਹੋਏ, ਡੂਬਤਾ ਇਵ ਜਗ। ਇਹ ਸੰਸਾਰ ਸਮੁੰਦਰ ਹੈਗਾ। ਪਵਿੱਤਰ ਜਿਹੜੇ ਇਨਸਾਨ ਜਿਹੜੇ ਹੈਗੇ, ਥਾਨਸ਼ਟ ਪਵਿੱਤਰ ਜਿਹੜੇ ਹੈਗੇ, ਅਸੀਂ 662 ਅੰਗ ਤੇ ਹੈਗੇ ਜੀ ਜਿਹੜੇ ਲੇਟ ਆ ਰਹੇ ਆ।
ਨਾਲ ਲੈ ਕੇ ਚੱਲਾਂਗੇ 662 663 ਕਹਿੰਦੇ ਪਵਿੱਤਰ ਆਤਮਾ ਪਵਿੱਤਰ ਆ, ਜੀਵ ਇਨਸਾਨ ਪਵਿੱਤਰ ਹੈਗੇ, ਪਰ ਇਹ ਜਿਹੜੇ ਹੈਗੇ ਭਰਿਸ਼ਟ ਹੋ ਜਾਂਦੇ ਆ। ਸਾਰਾ ਸੰਸਾਰ ਮਨੁੱਖ ਦੇ ਉੱਤੇ ਆਪਾਂ ਸਿਰਫ ਮਨੁੱਖ ਦਾ ਕੰਸਰਨ ਹੈਗਾ। ਜਿਨ੍ਹਾਂ ਨੇ ਮਨੁੱਖ ਸਰੀਰ ਮਿਲ ਗਿਆ, ਜਿਨ੍ਹਾਂ ਨੂੰ ਆ ਕੱਪੜਾ ਲੱਭ ਗਿਆ, ਜਿਨ੍ਹਾਂ ਨੂੰ ਕਹਿੰਦੇ ਉਹ ਭਰਿਸ਼ਟ ਹੋ ਜਾਂਦੇ ਆ ਸਾਰੇ ਦੇ ਸਾਰੇ। ਐਸਾ ਜਿਹੜਾ ਹੈਗਾ ਇਹ ਮਾਲਕ ਨੇ ਜਿਹੜਾ ਹੈਗਾ ਇਹ ਚੋਗਾ ਪਾਇਆ ਹੋਇਆ ਦੁਨੀਆ ਦੇ ਵਿੱਚ। ਥਾਨਸ਼ਟ ਜਗ ਕਹਿੰਦੇ ਬਹੁਤ ਪਵਿੱਤਰ ਆਤਮਾਵਾਂ ਹੈਗੀਆਂ ਇਨਸਾਨ ਦੀਆਂ। ਆਤਮਾ ਪਵਿੱਤਰ ਹੀ ਰਹਿੰਦੀ ਹੈ, ਪਰ ਉਹ ਭਰਿਸ਼ਟ ਹੋ ਜਾਂਦੀ ਹੈ ਇਹ ਚੋਗੇ ਦੇ ਉੱਤੇ, ਸਵਾਦਾਂ ਦੇ ਉੱਤੇ, ਰਸਕਸ ਦੇ ਉੱਤੇ ਜੋ ਮਾਲਕ ਨੇ ਪਾਇਆ। ਥਾਨਸ਼ਟ ਜਗ ਭਰਿਸ਼ਟ ਹੋਏ, ਡੂਬਤਾ ਇਵ ਜਗ। ਇਸ ਤਰ੍ਹਾਂ ਕਹਿੰਦੇ ਸਾਰਾ ਸੰਸਾਰ ਡੁੱਬ ਜਾਂਦਾ। ਮੈਜੋਰਟੀ ਜਿਹੜੀ ਹੈਗੀ ਮਨੁੱਖ ਜੂਨ ਪਾਉਂਦੀ ਆ, ਔਰ ਮਨੁੱਖ ਜੂਨ ਪਾ ਕੇ ਇੰਨੀਆਂ ਕੀਮਤੀ ਜਨਮ ਪਾ ਕੇ ਜਿਹੜਾ ਹੈਗਾ ਫਿਰ ਵਿਸ਼ੇ ਵਿਕਾਰਾਂ ਦੇ ਵਿੱਚ ਡੋਬ ਲੈਂਦੀ ਆ ਆਪਣੇ ਆਪ ਨੂੰ, ਵਾਪਸ ਜੂਨਾਂ ਦੇ ਵਿੱਚ ਚੱਲ ਪੈਂਦੀ ਹੈ। ਕਿਉਂ ਜਿਹੜਾ ਹੈਗਾ ਆਪਾਂ ਇਸ ਤਰ੍ਹਾਂ ਜਿਹੜੇ ਹੈਗੇ ਆ ਇਹ ਜਿਹੜੇ ਹੈਗੇ ਇਹ ਜੋ ਮਾਲਕ ਨੇ ਗੇਮ ਪਾਈ ਹੋਈ ਆ ਇਹਦੇ ਵਿੱਚ ਆਪਾਂ ਹਾਰ ਜਾਂਦੇ ਹਾਂ। ਕਾਲ ਨਾਹੀ ਜੋਗ ਨਾਹੀ ਸਤ ਕਾ ਢੱਬ। ਤਨਾਸਰੀ ਮਹਲਾ ਪਹਿਲਾ ਘਰ ਤੀਜਾ ਏਕ ਓਂਕਾਰ ਸਤਿਗੁਰ ਪ੍ਰਸਾਦ। ਕਾਲ ਨਾਹੀ ਕਹਿੰਦੇ ਭਾਈ ਇਹ ਜਿਹੜਾ ਕਾਲ ਆ ਇਹ ਜਿਹੜਾ ਚੋਗਾ ਪਾਇਆ ਹੋਇਆ ਆ, ਇਹ ਜਿਹੜੇ ਵਿਸ਼ੇ ਵਿਕਾਰ ਪਾਏ ਹੋਏ ਆ ਮਾਲਕ ਨੇ ਇਸ ਸੰਸਾਰ ਸਮੁੰਦਰ ਦੇ ਵਿੱਚ, ਜਿਹੜਾ ਮੋਹ ਦਾ ਚਿੱਕੜ ਪਾਇਆ ਹੋਇਆ ਹੈ ਪਰਮਾਤਮਾ ਨੇ, ਪਦਾਰਥਾਂ ਨੂੰ ਖਿੱਚ ਪਾਈ ਹੋਈ ਹੈ ਮਾਲਕ ਨੇ। ਕਹਿੰਦੇ ਇਸ ਕਾਲ ਤੋਂ ਬਚਣ ਦੀ ਇਨਸਾਨ ਦੇ ਕੋਲ ਕਿਵੇਂ ਬਚਣਾ ਆ ਪਤਾ ਹੀ ਨਹੀਂ ਹੈ ਇਨਸਾਨ ਨੂੰ। ਕਾਲ ਨਾਹੀਂ, ਕਾਲ ਤੋਂ ਬਚਣ ਦੀ ਕੋਈ ਯੁਕਤੀ ਹੈ ਨਹੀਂ ਇਹਦੇ ਕੋਲ ਇਸ ਕਾਲ ਤੋਂ, ਕਿਉਂਕਿ ਕਾਲ ਨੇ ਤਾਂ ਆ ਕੇ, ਕਿਉਂਕਿ ਨਿਰਧਾਰਿਤ ਹੈ ਆਪਣਾ ਸਮਾਂ, ਬਿਲਕੁਲ ਇੱਕ ਸਾਹ ਵੀ ਵੱਧ ਨਹੀਂ ਆਉਣਾ। ਕਹਿੰਦੇ ਇਸ ਚੋਂ ਨਿਕਲਣ ਦਾ ਜਿਹੜਾ ਹੈਗਾ ਹੈ ਹੀ ਨਹੀਂ ਇਨਸਾਨ ਦੇ ਕੋਲ, ਜਿਹੜਾ ਹੈਗਾ ਕੋਈ ਨਿਕਲਣ ਦਾ ਜਿਹੜਾ ਹੈਗਾ ਇਹਨੂੰ ਪਤਾ ਹੀ ਨਹੀਂ ਹੈਗਾ, ਕੋਈ ਵਿਧੀ ਪਤਾ ਹੀ ਨਹੀਂ ਨਿਕਲਣ ਦੀ। ਔਰ ਇਹ ਵੀ ਨਹੀਂ ਪਤਾ ਕਿ ਮੈਂ ਜਿਹੜਾ ਹੈਗਾ ਇਹ ਜੋ ਸਵਾਦ ਜਿਹੜੇ ਬੜੇ ਜਿਹੜੇ ਹੈ ਇਹਨਾਂ ਨੂੰ ਚਟਕਾਰੇ ਲੈ ਕੇ ਸਵਾਦ ਲੈ ਰਹੇ ਹਾਂ ਆਪਾਂ ਦੁਨੀਆ ਦੇ, ਔਰ ਪਤਾ ਹੀ ਨਹੀਂ ਹੈ ਉਹਨੂੰ ਕਿ ਬਈ ਮੈਂ ਜਿਹੜਾ ਹੈਗਾ ਇਹ ਤਾਂ ਜਿਹੜਾ ਹੈਗਾ ਇਹ ਤਾਂ ਡੁੱਬ ਰਿਹਾ ਹੈ। ਮੈਂ ਜੋਗ ਨਾਹੀਂ, ਪਰਮਾਤਮਾ ਦੇ ਨਾਲ ਜੋੜ ਨਹੀਂ ਬਣਦਾ। ਨਾ ਹੀ ਸੱਤ ਕਾ ਢੱਬ, ਔਰ ਸੱਤ ਜਿਹੜਾ ਹੈਗਾ ਕਹਿੰਦੇ ਸੱਚਾ ਆਚਰਣ ਵੀ ਨਹੀਂ ਹੈਗਾ। ਢੱਬ ਕਹਿੰਦੇ ਆ ਵੀ ਤਰੀਕਾ, ਕਿਵੇਂ ਜਿਹੜਾ ਹੈਗਾ ਕਾਰਨ ਸ਼ੀਰ ਨਸ਼ਟ ਕਰਨਾ ਹੈ, ਕਿਵੇਂ ਪਵਿੱਤਰ ਹੋਣਾ ਹੈ, ਇਹ ਸੱਚਾ ਆਚਰਣ ਜਿਹੜਾ ਹੈਗਾ ਇਹ ਵੀ ਇਹਦਾ ਵੀ ਜਿਹੜਾ ਹੈਗਾ ਤਰੀਕਾ, ਜਿਹੜਾ ਢੱਬ ਜਿਹੜਾ ਹੈਗਾ ਉਹ ਵੀ ਹੈ ਨਹੀਂ ਇਹਦੇ ਕੋਲ। ਆਹ ਤਿੰਨ ਪ੍ਰੋਬਲਮ ਹੈਗੀ ਆ ਤਾਂ ਜਿਹੜੇ ਆਪਾਂ ਜਿਹੜੇ ਹੈਗੇ ਡੁੱਬ ਜਾਂਦੇ ਆ। ਤਾਂ ਜਿਹੜਾ ਥਾਨਸ਼ਟ ਜਗ ਭਰਿਸ਼ਟ ਹੋਏ ਡੁੱਬਤਾ ਇਵ ਜਗ। ਕਹਿੰਦੇ ਇੰਨਾ ਪਵਿੱਤਰ ਜਿਹੜੇ ਹੈਗੇ ਜੀਵ ਇਨਸਾਨ ਜਿਹੜੇ ਹੈਗੇ ਆ ਉਹ ਇਸ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਇਹ ਗੇਮ ਜਿਹੜੀ ਮਾਲਕ ਨੇ ਪਾਈ ਹੋਈ ਆ, ਆਹ ਤਿੰਨ ਚੀਜ਼ਾਂ ਨਹੀਂ ਹੋਣ ਕਰਕੇ ਹਾਰ ਜਾਂਦੇ ਆ। ਇੱਕ ਨਹੀਂ ਪਤਾ ਉਹਨਾਂ ਨੂੰ ਵੀ ਕਾਲ ਜਿਹੜਾ ਹੈਗਾ ਇਹ ਸਮਾਂ ਜਿਹੜਾ ਹੈਗਾ ਨਿਰਧਾਰਿਤ ਆ, ਸਮਾਂ ਨਿਰਧਾਰਿਤ ਹੈਗਾ ਬਿਲਕੁਲ। ਇਹਦੇ ਵਿੱਚ ਹੀ ਜਿਹੜਾ ਹੈਗਾ ਇਹ ਕਾਲ ਨੂੰ ਜਿਹੜਾ ਹੈਗਾ ਆਪਾਂ ਨੇ ਅਕਾਲ ਦੇ ਨਾਲ ਮਰਜ ਹੋਣਾ ਹੈ, ਅਕਾਲ ਹੋਣਾ ਹੈ ਆਪਾਂ ਨੇ। ਇਹ ਸਾਈਕਲ ਜਿਹੜਾ ਹੈਗਾ ਜਨਮ ਮਰਨ ਦਾ ਜਿਹੜਾ ਸਾਈਕਲ ਹੈਗਾ ਇਹਨੂੰ ਤੋੜਨਾ ਹੈਗਾ, ਔਰ ਇਹਨੂੰ ਤੋੜ ਸਕਦੇ ਹਾਂ ਤਾਂ ਜੇ ਆਪਾਂ ਧੁਰੇ ਦੇ ਨਾਲ ਜੁੜਾਂਗੇ। ਤੇ ਕਾਲ ਨਾਹੀਂ ਜੋਗ ਨਾਹੀਂ, ਕਹਿੰਦੇ ਧੁਰੇ ਦੇ ਨਾਲ ਜੁੜਨ ਦਾ ਜੋਗ ਵੀ ਹੈ ਨਹੀਂਗਾ। ਹੁਣ ਕਿਵੇਂ ਜੁੜਨਾ ਹੈ, ਕਿਵੇਂ ਜੋਗ ਹੋਣਾ ਹੈ? ਜੋਗ ਦਾ ਮਤਲਬ ਹੁੰਦਾ ਹੈ ਪਲੱਸ, ਐਡੀਸ਼ਨ। ਕਾਲ ਨਾਹੀਂ ਜੋਗ ਨਾਹੀਂ, ਇਹ ਜੋਗ ਦਾ ਮਤਲਬ ਕੋਈ ਜਿਹੜਾ ਹੈਗਾ ਜੋਗੀਆਂ ਵਾਲਾ ਜੋਗ ਦੀ ਗੱਲ ਨਹੀਂ ਹੁੰਦੀ। ਜੋਗ ਦਾ ਮਤਲਬ ਹੁੰਦਾ ਜੋੜ। ਕਾਲ ਨਾਹੀਂ ਜੋਗ ਨਾਹੀਂ ਸਤ ਕਾ ਢੱਬ, ਕਹਿੰਦੇ ਸੱਚਾ ਆਚਰਣ ਵੀ ਨਹੀਂ ਹੈਗਾ।
ਉਹ ਗੁਣ ਵੀ ਨਹੀਂ ਆਏ ਇਹਦੇ ਕੋਲ। ਸਤ ਕਾ ਢਬ ਕੀ ਹੈ? ਸੱਚਾ ਆਚਰਣ ਕੀ ਹੈਗਾ? ਗੁਣ ਵੀ ਨਹੀਂ ਲੈ ਰਿਹਾ ਇਨਸਾਨ। ਅਵਗੁਣਾਂ ਦੇ ਨਾਲ ਹੀ ਗਤੀ ਕਰਨਾ ਚਾਹ ਰਿਹਾ, ਅਵਗੁਣਾਂ ਦੇ ਨਾਲ ਗਤੀ ਕਰਦਾ ਹੈ। ਇਸ ਕਰਕੇ ਥਾਨਸ਼ਟ ਜਗ ਭਰਿਸ਼ਟ ਹੋਏ ਡੂਬਤਾ ਇਵ ਜਗ। ਇਸ ਤਰੀਕੇ ਦੇ ਨਾਲ ਡੁੱਬ ਜਾਂਦਾ ਹੈ ਭਾਈ, ਸਾਰਾ ਸੰਸਾਰ ਡੁੱਬ ਜਾਂਦਾ ਹੈ। ਇਹਦਾ ਇਹ ਵੀ ਮੀਨਿੰਗ ਹੋ ਸਕਦਾ ਕਿ ਸੱਚ ਦੇ ਵਿੱਚ ਸਮਾਉਣ ਦਾ ਤਰੀਕਾ ਨਹੀਂ ਉਹਨੂੰ ਪਤਾ। ਹਾਂ, ਤਰੀਕਾ ਵੀ ਨਹੀਂ ਪਤਾ, ਔਰ ਜਿਨ੍ਹਾਂ ਕੋਲ ਤਰੀਕਾ ਹੈਗਾ ਉਹਨਾਂ ਕੋਲ ਲੈਂਦਾ ਵੀ ਨਹੀਂ ਹੈ। ਬਸ ਆਹੀ ਗੱਲ ਹੈ, ਬਿਲਕੁਲ ਇਹੀ ਗੱਲ ਹੈ। ਹੁਣ ਅੱਗੇ ਦੱਸ ਰਹੇ ਤਰੀਕਾ ਕੀ ਹੈਗਾ। ਨੈਕਸਟ ਇੱਕਦਮ ਨੈਕਸਟ ਲਾਈਨ, ਗੇਮ ਤੋਂ ਨਿਕਲਣ ਦਾ ਤਰੀਕਾ। ਹਾਂ, ਇਸ ਗੇਮ ਚੋਂ ਬਾਹਰ ਆਉਣ ਦਾ ਤਰੀਕਾ। ਹਾਂ, ਇਸ ਗੇਮ ਚੋਂ ਬਾਹਰ ਆਉਣ ਦਾ ਤਰੀਕਾ। ਕੱਲ ਮੈਂ ਰਾਮ ਨਾਮ ਸਾਰ। ਗੁਰਸ਼ਰਨ ਜੀ, ਤੁਹਾਡੇ ਵਾਸਤੇ ਅਸੀਂ ਫਿਰ ਦੁਬਾਰਾ ਇੱਕ ਵਾਰੀ ਮਾੜਾ ਜਿਹਾ ਬਰੀਫ ਕਰ ਦਈਏ। 662 ਅੰਗ ਦੇ ਉੱਤੇ ਹੈਗੇ ਅਸੀਂ, 663, ਅਤੇ ਇਹਦੇ ਵਿੱਚ ਡਿਸਕਸ ਕਰ ਰਹੇ ਪਹਿਲੀ ਪਾਤਸ਼ਾਹੀ ਬਈ ਕਾਲ ਨਾਹੀ ਜੋਗ ਨਾਹੀ ਸਤ ਕਾ ਢਬ ਥਾਨਸ਼ਟ ਜਗ ਭਰਿਸ਼ਟ ਹੋਏ ਡੂਬਤਾ ਇਵ ਜਗ। ਕਹਿੰਦੇ ਇਹਨਾਂ ਪਵਿੱਤਰ ਆਤਮਾਵਾਂ ਇਨਸਾਨ ਦੇ ਜਾਮੇ 'ਚ ਆਉਂਦੀਆਂ ਹੈ, ਔਰ ਉਹ ਜਿਹੜੀਆਂ ਹੈਗੀਆਂ ਉਹ ਭਰਿਸ਼ਟ ਹੋ ਕੇ ਇਹ ਜਿਹੜੇ ਹੈਗੇ ਮੋਹ ਦੇ ਚਿੱਕੜ ਦੇ ਵਿੱਚ ਜੋ ਗੇਮ ਪਾਈ ਹੈ ਮਾਲਕ ਪਰਮਾਤਮਾ ਨੇ, ਸਵਾਦਾਂ ਦੀ ਰਸਾਂ ਕਸਾਂ ਦੀ, ਇਹਦੇ ਵਿੱਚ ਡੁੱਬ ਜਾਂਦੇ ਆ। ਕਿਉਂਕਿ ਉਹਨਾਂ ਕੋਲ ਕਾਲ ਨਹੀਂ ਹੈਗਾ। ਉਹਨਾਂ ਕੋਲ ਜਿਹੜਾ ਹੈਗਾ ਇਹ ਕਾਲ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਜਿੱਤਣਾ, ਕਿਵੇਂ ਅਕਾਲ ਦੇ ਨਾਲ ਜੁੜਨਾ ਹੈ, ਯੋਗ ਨਹੀਂ ਹੈਗਾ, ਜੁੜਨ ਦਾ ਤਰੀਕਾ ਨਹੀਂ ਹੈਗਾ। ਨਾ ਹੀ ਸੱਚਾ ਆਚਰਣ ਜਿਹੜਾ ਹੈਗਾ। ਵਾਹਿਗੁਰੂ ਜੀ ਕੀ ਫਤਿਹ। ਸੱਚਾ ਆਚਰਣ ਕਿਵੇਂ ਪ੍ਰਾਪਤ ਹੋ ਸਕਦਾ ਹੈ ਉਹ ਵੀ ਨਹੀਂ ਪਤਾ। ਕਾਲ ਨਾਹੀ ਜੋਗ ਨਾਹੀ ਸਤ ਕਾ ਢਬ ਥਾਨਸ਼ਟ ਜਗ ਭਰਿਸ਼ਟ ਹੋਏ ਡੂਬਤਾ ਇਵ ਜਗ। ਹੁਣ ਦੱਸ ਰਹੇ ਮਹਾਰਾਜ ਵੀ ਕੀ ਪ੍ਰੋਬਲਮ ਹੈਗੀ ਆ, ਕਿਹੜਾ ਤਰੀਕਾ ਹੈਗਾ। ਕੱਲ ਮੈਂ ਰਾਮ ਨਾਮ ਸਾਰ। ਕਹਿੰਦੇ ਇਸ ਕਲਾ ਦੇ ਵਿੱਚ ਇਸ ਚਿੱਕੜ ਚੋਂ ਨਿਕਲਣ ਦਾ, ਇਹ ਭਰਿਸ਼ਟ ਹੋਣ ਤੋਂ ਬਚਣ ਦਾ ਤਰੀਕਾ, ਇਹ ਜਨਮ ਮਨੁੱਖੀ ਸਫਲ ਕਰਨ ਦਾ ਤਰੀਕਾ ਰਾਮ ਨਾਮ ਆ। ਇਹ ਸਾਰ ਆ ਭਾਈ, ਸਾਰ, ਬਸ ਆਹੀ ਤਰੀਕਾ ਹੈਗਾ। ਕੱਲ ਮੈਂ ਰਾਮ ਨਾਮ ਸਾਰ। ਨਾਮ ਦੇ ਮਾਮੇ ਨੂੰ ਔਂਕੜ ਲੱਗੀ ਹੈ ਔਰ ਸਾਰ ਨੂੰ ਔਂਕੜ ਲੱਗੀ ਹੋਈ। ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ। ਰਹਾਓ। ਇਸ ਤੋਂ ਅਗਲੀ ਇੱਕ ਤੁਕ ਮੈਂ ਫਿਰ ਲੈਣਾ ਹੈ, ਉਹ ਵੀ ਲਊਂਗਾ ਨਾਲ। ਆਂਠ ਸੇਤੀ ਨਾਕ ਪਕੜੇ ਸੂਝਤੇ ਤਿਨ ਲੋ ਮਗਰ ਪਾਛੇ ਕਛ ਨਾ ਸੂਝੇ ਇਹ ਪਦਮ ਅਲੋ। ਹੁਣ ਇਹਦੇ ਦੇਖੋ, ਨਾਕ ਪਕੜਨ ਦੀ ਗੱਲ ਕਰ ਰਹੇ ਮਹਾਰਾਜ, ਤੇ ਦੋ ਜਗ੍ਹਾ ਤੇ ਕਰ ਰਹੇ ਗੱਲ। ਇੱਕ ਜਗ੍ਹਾ ਰਹਾਓ ਤੇ ਵਿੱਚ ਵੀ ਕਰ ਰਹੇ ਨਾਕ ਪਕੜੇ। ਦਰਸ਼ਨ ਕਰਕੇ ਜਿਹੜੇ ਬਾਣੀ ਵਾਚਣਗੇ, ਵਿਚਾਰ ਕਰਨਗੇ ਤੇ ਬਹੁਤ ਰਹੱਸ ਆਏਗਾ, ਔਰ ਬਹੁਤ ਜਲਦੀ ਸਮਝ ਆਏਗੀ, ਔਰ ਕਦੀ ਜਾਏਗੀ ਨਹੀਂ। ਜੇ ਇਹਨੂੰ ਖਾਲੀ ਆਪਾਂ ਜਿਹੜੇ ਹੈਗੇ ਬੈਠੇ ਹਾਂ ਬਸ ਕਥਾ ਸੁਣ ਰਹੇ, ਗੱਲ ਨਹੀਂ ਪੜ੍ਹਨੀ ਪਿਆਰਿਓ। ਬਿਲਕੁਲ ਕ੍ਰਿਸਟਲ, ਮੈਂ ਬਿਲਕੁਲ ਜਿਹੜੀ ਹੈਗੀ, ਭਾਵੇਂ ਜਿਹੜੀ ਹੈਗੀ ਗੱਲ ਕਿਸੇ ਨੂੰ ਚੁੱਭ ਜਾਏ, ਪਰ ਸਹੀ ਗੱਲ ਕਰੂੰਗਾ। ਕਿਉਂਕਿ ਇਹ ਨਹੀਂ ਪਤਾ ਲੱਗਣਾ ਵੀ ਨਾਕ ਨੂੰ ਔਂਕੜ ਲੱਗੀ ਹੈ ਉੱਪਰ, ਸੈਕੰਡ ਲਾਈਨ ਦੇ ਵਿੱਚ, ਸੈਕੰਡ ਪੈਰਾਗ੍ਰਾਫ ਦੇ ਵਿੱਚ। ਔਰ ਉੱਪਰ ਜਿਹੜੇ ਹੈਗੇ ਉਹੀ ਪਾਤਸ਼ਾਹੀ ਉੱਪਰਲੇ ਰਾਹੋ ਦੀ ਪੰਕਤੀ ਦੇ ਵਿੱਚ ਨਾਕ ਜਿਹੜਾ ਹੈਗਾ, ਦੋਨੋਂ ਗੱਲਾਂ ਨਾਕ ਪਕੜੇ ਲਿਖ ਰਹੇ, ਉੱਥੇ ਵੀ ਨਾਕ ਪਕੜੇ ਲਿਖ ਰਹੇ। ਇੱਕ ਜਗ੍ਹਾ ਜਿਹੜਾ ਔਂਕੜ ਨਹੀਂ ਲਾਈ, ਇੱਕ ਜਗ੍ਹਾ ਔਂਕੜ ਲਾਈ ਹੈ। ਇਹ ਜਿਹੜੀ ਹੈਗੀ ਮਹਾਰਾਜ ਨੇ ਇੰਨੀ ਜਿਹੜੀ ਹੈਗੀ ਇਹਦੇ ਵਿੱਚ ਜਿਹੜੀ ਹੈਗੀ ਗਿਆਨ ਦਿੱਤਾ ਆ। ਜੇ ਆਪਾਂ ਇਹਨੂੰ ਜਿਹੜਾ ਹੈਗਾ ਆਪਣੇ ਗੁਰੂ ਨੂੰ ਸਾਹਮਣੇ ਨਹੀਂ, ਗੁਰੂ ਦੇ ਨੇੜੇ ਬੈਠਾਂਗੇ ਨਹੀਂ, ਐਵੇਂ ਤਾਂ ਗੁਰੂ ਦੇ ਨੇੜੇ ਥੋੜ੍ਹਾ ਨਾ ਬੈਠ ਰਹੇ। ਇਹ ਗੁਰੂ ਦੀ ਮੱਤ ਹੈਗੀ ਆ। ਗੁਰੂ ਦੀ ਮੱਤ ਕਿਵੇਂ ਮਿਲ ਜਾਏਗੀ ਭਾਈ? ਉੱਪਰ ਦੱਸਿਆ ਸੀ ਮਹਾਰਾਜ ਨੇ ਬਈ ਕੱਲ ਮੈਂ ਰਾਮ ਨਾਮ ਸਾਰ ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ। ਹੁਣ ਨਾਕ ਜਿਹੜਾ ਪਲੂਰਲ ਆ ਇੱਥੇ, ਇਹਨੂੰ ਕੋਈ ਪਾਰਟੀਕੂਲਰ ਨੱਕ ਦੀ ਗੱਲ ਨਹੀਂ ਕਰ ਰਹੇ ਮਹਾਰਾਜ। ਕਹਿੰਦੇ ਸਾਰੇ ਸੰਸਾਰ ਦੇ ਲੋਕੀ ਕੀ ਕਰ ਰਹੇ ਆ? ਅੱਖਾਂ ਮੀਟੀਆਂ ਹੋਈਆਂ ਉਹਨਾਂ ਨੇ, ਬਸ ਨੱਕ ਫੜੀ ਹੋਈ ਆ। ਹੁਣ ਨੱਕ ਫੜਨਾ ਕੀ ਹੈਗਾ?
ਠੱਗਣ ਕੋ ਸੰਸਾਰ। ਬਸ ਕਹਿੰਦੇ ਇਹ ਜਿਹੜਾ ਗਿਆਨ ਹੈਗਾ, ਇਹ ਜਿਹੜੀ ਵਿਧੀ ਹੈਗੀ ਆ, ਇਹ ਜਿਹੜਾ ਤਰੀਕਾ ਹੈਗਾ ਭ੍ਰਿਸ਼ਟ ਹੋਣ ਤੋਂ ਬਚਣ ਦਾ, ਯੋਗ ਜਿਹੜਾ ਯੋਗ ਕਰਨ ਦਾ ਪਰਮੇਸ਼ਰ ਦੇ ਨਾਲ, ਕਹਿੰਦੇ ਇਹਨੂੰ ਵੀ ਜਿਹੜੇ ਹੈਗੇ ਆ ਠੱਗਣ ਕੋ ਸੰਸਾਰ ਉਹਦੇ ਲਈ ਵਰਤ ਰਹੇ ਆ। ਗਿਆਨ ਹੈਗਾ, ਗਿਆਨ ਲੈ ਕੇ ਇਹਨੂੰ ਜਿਹੜਾ ਹੈਗਾ ਮਾਇਆ ਦੀ ਖਾਤਰ, ਆਪਣੇ ਜਿਹੜੇ ਹੈਗੇ ਆਪਣਾ ਜਿਹੜਾ ਹੈਗਾ ਉੱਲੂ ਆਪਣਾ ਸਿੱਧਾ ਕਰਨ ਦੀ ਖਾਤਰ ਜਿਹੜਾ ਹੈਗਾ ਇਹ ਮਾਇਆ, ਇਹ ਜਿਹੜਾ ਹੈਗਾ ਇਹ ਚੋਗੇ ਦੀ ਖਾਤਰ ਹੀ ਵਰਤੀ ਜਾ ਰਿਹਾ ਹੈ। ਜਾਂ ਇਹ ਵੀ ਕਹਿ ਸਕਦੇ ਆ ਕਿ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਵੀ ਮੈਂ ਬੜਾ ਧਾਰਮਿਕ ਆ ਜੀ, ਬੜੇ ਇਹ ਤਾਂ ਪਹੁੰਚੇ ਹੋਏ ਸੰਤ ਨੇ ਜੀ, ਬੜੇ ਪਹੁੰਚੇ ਹੋਏ ਵੀ ਔਰ ਮਾਇਆ ਇਕੱਠੀ ਕਰ ਰਹੇ ਨਾ, ਲੋਕਾਂ ਨੂੰ ਦਿਖਾਉਣਾ ਤਾਂ ਅਲੱਗ ਚੀਜ਼ ਹੈ, ਅਲੱਗ ਚੀਜ਼ ਹੈ ਪਿਆਰਿਓ, ਅਲੱਗ ਚੀਜ਼ ਹੈ। ਲੋਕਾਂ ਨੂੰ ਦਿਖਾਉਣ ਵਾਲਾ ਮਾਇਆ ਦੇ ਖਾਤਰ ਵਰਤ ਰਹੇ ਆ, ਇਸ ਚੋਗੇ ਦੀ ਖਾਤਰ ਵਰਤ ਰਹੇ। ਅੱਖੀ ਤਾਂ ਮੀਟੇ, ਹਾਂ ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ। ਦਿਖਾਉਣ ਵਾਸਤੇ ਥੋੜੀ ਨਾ ਹੋਇਆ, ਠੱਗਣ ਨੂੰ। ਆ ਠੱਗਣ ਵੜਿਆ ਨਾ, ਦੇਖੋ ਅੱਗੇ ਤਾਂ ਠੱਗਣ ਲਾਇਆ ਮਹਾਰਾਜ ਨੇ। ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ। ਸੰਸਾਰ ਨੂੰ ਠੱਗਣ ਵਾਸਤੇ, ਲੋਕਾਂ ਤੋਂ ਧਨ ਲੈਣ ਵਾਸਤੇ, ਲੋਕਾਂ ਦਾ ਚੁਰਾਉਣ ਵਾਸਤੇ, ਇਸ ਵਾਸਤੇ ਵਰਤ ਰਹੇ ਆ। ਅੱਖੀ ਹਾਂਜੀ ਧੋਖਾ ਦੇਣ ਵਾਸਤੇ, ਬਿਲਕੁਲ ਲੋਕਾਂ ਤੋਂ ਫਾਈਨੈਂਸ਼ੀਅਲ ਜਿਹੜਾ ਹੈਗਾ ਪ੍ਰੋਫਿਟ ਲੈਣ ਵਾਸਤੇ। ਤੁਹਾਡੇ ਬੈਂਕ ਦੀ ਲੈਂਗੁਏਜ ਦੇ ਵਿੱਚ ਬੋਲੀਏ ਤਾਂ ਇਸ ਤਰ੍ਹਾਂ ਹੋ ਜਾਏਗਾ। ਹਾਂ, ਕੱਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ। ਰਹਾਓ ਆ ਤਾਂ ਹੋ ਗਈ ਜਨਰਲ ਗੱਲ, ਪਤਾ ਲੱਗ ਗਿਆ ਵੀ ਆਪਾਂ ਜਿਹੜੇ ਹੈਗੇ ਕਿਉਂ ਨਹੀਂ ਜਿਹੜੇ ਜਿੱਤ ਪਾ ਰਹੇ ਗੇਮ ਨੂੰ। ਇਹ ਜਿਹੜੇ ਜਿਨ੍ਹਾਂ ਨੂੰ ਪਤਾ ਵੀ ਹੁੰਦਾ ਉਹ ਵੀ ਜਿਹੜੇ ਹੈਗੇ ਮੇਰੇ ਵਰਗੇ ਕਿਉਂ ਡੁੱਬ ਜਾਂਦੇ ਭਾਈ। ਆਪਾਂ ਗਿਆਨ ਲੈ ਰਹੇ, ਲੈ ਕੇ ਜਿਹੜੇ ਸਾਰੇ ਦੇ ਸਾਰੇ ਤਾਂ ਨਹੀਂ ਜਿਹੜੇ ਹੈਗੇ ਅਵਸਥਾ ਬਣ ਰਹੀ। ਕਿਉਂ ਨਹੀਂ ਬਣ ਰਹੀ? ਕਿਉਂਕਿ ਆਹ ਪ੍ਰੋਬਲਮ ਹੈਗੀ ਕਿ ਇੱਕ ਤਾਂ ਆਪਾਂ ਸੀਰੀਅਸ ਨਹੀਂ ਹੈਗੇ, ਗੱਲ ਇੱਧਰ ਇਸ ਕੰਮ ਤੋਂ ਲੈਂਦੇ ਹਾਂ, ਉੱਧਰ ਨੂੰ ਕਥਾ ਵਾਂਗੂ ਚਲਾ ਦਿੰਦੇ ਹਾਂ, ਬਸ ਹੋ ਗਈ ਖਤਮ ਕਹਾਣੀ। ਇਸ ਤੋਂ ਬਾਅਦ ਨੋ ਐਕਸ਼ਨ। ਕੱਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ। ਰਹਾਓ ਹੁਣ ਜਿਹੜਾ ਹੈਗੇ ਐਗਜ਼ਾਮਪਲ ਦੇ ਕੇ ਮਹਾਰਾਜ ਦੱਸ ਰਹੇ ਆ ਭਾਈ। ਕੋਈ ਜਿਹੜਾ ਹੈਗਾ ਬਨਾਰਸ ਗਿਆ ਹੋਏ ਜਾਂ ਇੱਧਰ ਕਾਂਸ਼ੀ ਵਗੈਰਾ ਜਾਂ ਹਰਿਦੁਆਰ ਗਿਆ ਹੋਏ ਤੇ ਉਹਨੂੰ ਪਤਾ ਲੱਗੇਗੀ ਇਹ ਚੀਜ਼। ਆਂਠ ਸੇਤੀ ਨਾਕ ਪਕੜੇ ਸੂਝਤੇ ਤਿਨੇ ਲੋ। ਉਹ ਬੈਠੇ ਹੁੰਦੇ ਪਾਂਡੇ ਜਿਹੜੇ ਹੈਗੇ, ਕਹਿੰਦੇ ਜੀ ਆ ਤਾਂ ਮਹਾਂਪੁਰਖ ਆ, ਬਿਲਕੁਲ ਪਹੁੰਚੇ ਹੋਏ ਆ, ਪੂਰੀ ਕਰਨੀ ਇਹਨਾਂ ਦੀ। ਇਹਨਾਂ ਨੂੰ ਜਿਹੜੇ ਹੈਗੇ ਇਹ ਜਿਹੜੇ ਹੈਗੇ ਬਸ ਇਹ ਤਾਂ ਜਾਂਦੇ ਧਿਆਨ ਦੇ ਵਿੱਚ ਜਾਂਦੇ ਆ ਔਰ ਇਹ ਸਾਰਾ ਕੁਛ ਇਹਨਾਂ ਨੂੰ ਪਤਾ ਲੱਗ ਜਾਂਦਾ। ਪਰਲੋਕ ਦੀਆਂ ਸਾਰੇ ਜੋ ਮਰਜ਼ੀ ਪੁੱਛ ਲਓ ਇਹਨਾਂ ਨੂੰ ਪਰਲੋਕ ਦਾ। ਬਸ ਆ ਗੜਵਾ ਹੈਗਾ ਇਹਦੇ ਵਿੱਚ ਥੋੜ੍ਹਾ ਜਿਹਾ ਦਕਸ਼ਣਾ ਦੇ ਦਿਓ, ਬਾਕੀ ਜੋ ਮਰਜ਼ੀ ਪੁੱਛ ਲਓ ਇਹਨਾਂ ਕੋਲ ਪਰਲੋਕ ਦਾ। ਆਪਣੇ ਮਾਂ ਪਿਓ ਦੇ ਬਾਰੇ ਪੁੱਛ ਲਓ, ਆਪਣੇ ਬੱਚਿਆਂ ਦੇ ਬਾਰੇ ਪੁੱਛ ਲਓ, ਜੋ ਮਰਜ਼ੀ ਪੁੱਛ ਲਓ ਇਹਨਾਂ ਨੂੰ। ਆਂਠ ਸੇਤੀ ਨਾਕ ਪਕੜੇ। ਆਂਠ ਕਹਿੰਦੇ ਆ ਦੋ ਉਂਗਲਾਂ ਜਿਹੜੀਆਂ ਹੈਗੀਆਂ, ਇਹ ਪਹਿਲੀ ਉਂਗਲ ਤੇ ਦੂਜੀ ਉਂਗਲ ਦੋ ਲਾ ਕੇ ਤੇ ਗੁੱਠਾ ਲਾ ਕੇ ਤੇ ਨੱਕ ਨੂੰ ਬੰਦ ਕਰ ਲੈਂਦੇ ਆ ਔਰ ਸਵਾਸ ਚੜਾਉਂਦੇ ਆ, ਪੂਰਾ ਸਵਾਸ ਚੜਾ ਲੈਂਦੇ ਉੱਪਰ। ਔਰ ਕਹਿੰਦੇ ਜੀ ਬਸ ਹੁਣ ਇਹ ਸੁਰਤ ਚੜ ਗਈ ਇਹਨਾਂ ਦੀ, ਹੁਣ ਇਹਨਾਂ ਤੋਂ ਜਿਹੜਾ ਜੋ ਮਰਜ਼ੀ ਪੁੱਛ ਲਓ ਭਾਈ, ਜੋ ਮਰਜ਼ੀ ਪੁੱਛ ਲਓ, ਸਾਰਾ ਕੁਝ ਦੱਸ ਦੇਣਗੇ। ਬਈ ਤੁਹਾਡੇ ਮਾਂ ਪਿਓ ਤਾਂ ਉੱਥੇ ਜਿਹੜੇ ਹੈਗੇ ਦੁੱਧ ਹੀ ਹੈ ਨਹੀਂ ਉਹਨਾਂ ਦੇ ਕੋਲ, ਗਊ ਦਾਨ ਕਰੋ ਤੁਸੀਂ। ਬਸ ਇੱਕ ਇੱਕ ਆਈਟਮ ਦੱਸਣਗੇ, ਜਿਹੜੀ ਚੀਜ਼ ਉਹਨਾਂ ਨੂੰ ਚਾਹੀਦੀ ਹੈ ਉਹ ਸਾਰਾ ਉਹਨਾਂ ਨੇ ਘੁਮਾ ਦੇਣੀ ਹੈ ਉਹਨਾਂ ਦੀ ਫਿਲਮ। ਪੂਰਾ ਵਿਸ਼ਵਾਸ ਦਵਾ ਦੇਣਾ ਉਹਨਾਂ ਨੂੰ। ਆਂਠ ਸੇਤੀ ਨਾਕ ਪਕੜੇ ਸੂਝਤੇ ਤਿਨੇ ਲੋ। ਤਿਨੇ ਮਤਲਬ ਤਿੰਨ ਨਹੀਂ, ਤਿਨੇ ਮਤਲਬ ਉਹਨਾਂ ਨੂੰ। तीन वर्ड आऊगा ਤਿੰਨ। ਤਿਨੇ ਕਦੀ ਵੀ ਗੁਰਬਾਣੀ ਦੇ ਵਿੱਚ ਤਿੰਨੇ ਦਾ ਅਰਥ ਕਦੀ ਵੀ ਤਿੰਨ ਨਹੀਂ ਲੈਣਾ। ਜੇ ਨੰਨੇ ਦੀ ਸਿਆਰੀ ਹੋਊਗੀ ਤਾਂ ਵੀ ਤਿੰਨ ਨਹੀਂ ਲੈਣਾ, ਜੇ ਬਿਆਰੀ ਹੋਊਗੀ ਤਾਂ ਵੀ ਤਿੰਨ ਨਹੀਂ ਲੈਣਾ। ਉਹ ਤਾਂ ਪਾਰਟਿਕੂਲਰ ਤੀਨੇ, ਜਿਵੇਂ ਤੀਨੇ ਤਾਪ ਨਿਵਾਰ। ਹਾਂ ਬਿਲਕੁਲ, ਹਾਂ ਬਿਲकुल। ਆਂਠ ਸੇਤੀ ਨਾਕ ਪਕੜੇ ਸੂਝਤੇ ਤਿਨੇ ਲੋ, ਮਗਰ ਪਾਛੇ ਕਛ ਨਾ ਸੂਝੇ ਇਹ ਪਦਮ ਅਲੋ। ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ ਉੱਥੇ?
ਉੱਥੇ ਬਸ ਇਕੱਠ ਹੋਇਆ ਸੀਗਾ, ਇੱਕ ਬਹੁਤ ਪਹੁੰਚੇ ਹੋਏ ਸੀਗੇ, ਲੱਗੇ ਹੋਏ ਸੀਗੇ ਵੇ ਇਸ ਤਰ੍ਹਾਂ ਹੀ। ਉਹਨਾਂ ਨੇ ਕੀ ਕਰਤਾ, ਉਹਦਾ ਗੜਵਾ ਜਿਹੜਾ ਸੀ ਜਿਹਦੇ ਵਿੱਚ ਦਕਸ਼ਨਾ ਪਾਉਂਦਾ ਸੀਗਾ, ਉਹ ਗੜਵਾ ਚੱਕ ਕੇ ਪਿੱਛੇ ਕਰਤਾ, ਉਹਦੇ ਹੀ ਪਿੱਛੇ ਧਰਤਾ। ਮਗਰ ਪਾਛੇ ਕਛ ਨਾ ਸੂਝੇ। ਬਾਅਦ ਵਿੱਚ ਜਿਹੜਾ ਹੈਗਾ ਉਹਨੇ ਅੱਖਾਂ ਖੋਲ੍ਹ ਲਈਆਂ, ਉਹ ਕਹਿੰਦਾ ਮੇਰਾ ਕਿੱਥੇ ਗਿਆ ਗੜਵਾ, ਮੇਰੇ ਪੈਸੇ ਕਿੱਧਰ ਚਲੇ ਗਏ ਭਾਈ। ਮਗਰ ਪਾਛੇ ਕਛ ਨਾ ਸੂਝੇ ਇਹ ਪਦਮ ਅਲੋ। ਕਹਿੰਦੇ ਉਹਨੂੰ ਆਪਣੇ ਪਿੱਛੇ ਵਾਲੀ ਚੀਜ਼ ਤਾਂ ਸੁੱਝਦੀ ਨਹੀਂ ਆ। ਤੇ ਦੇਖ ਲਓ ਬਾਕੀ ਜਿਹੜੇ ਹੈਗੇ ਦੇਖ ਲਓ, ਪਰਲੋਕ ਜ਼ਰੂਰ ਜਿਹੜਾ ਹੈਗਾ ਉਹ ਦੱਸੀ ਜਾ ਰਿਹਾ ਸਾਰਿਆਂ ਦੇ। ਔਰ ਇਹ ਜਿਹੜਾ ਪਦਮ ਆਸਨ ਤੇ ਬੈਠਾ ਹੈ, ਸਵਾਸ ਚੜਾ ਰਿਹਾ, ਕਹਿੰਦੇ ਇਹ ਤਾਂ ਝੂਠ ਹੈ, ਕੁਛ ਨਹੀਂ ਸੁੱਝ ਰਿਹਾ ਉਹਨੂੰ, ਕੁਛ ਨਹੀਂ ਸੁੱਝ ਰਿਹਾ। ਕਹਿੰਦੇ ਇਹ ਤਾਂ ਆਪ ਹੀ ਹਨੇਰੇ ਦੇ ਵਿੱਚ ਬੈਠਾ ਹੈ ਪੂਰਾ ਦਾ ਪੂਰਾ, ਐਵੇਂ ਦਾ ਠੱਗ ਰਹੇ ਆ ਭਾਈ। ਆਂਠ ਸੇ ਤੀ ਨਾਕ ਪਕੜੇ ਸੂਝਤੇ ਤਿਨੇ ਲੋ, ਮਗਰ ਪਾਛੇ ਕਛ ਨਾ ਸੂਝੈ ਇਹ ਪਦਮ ਅਲੋ। ਹੁਣ ਦੇਖੋ ਕਿਸ ਤਰੀਕੇ ਦੇ ਨਾਲ ਆਪਾਂ ਠੱਗ ਰਹੇ ਹਾਂ, ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਅੱਗੇ ਹੁਣ ਖੁਲਾਸਾ ਕਰ ਰਹੇ ਮਹਾਰਾਜ। ਉੱਪਰ ਦੱਸਿਆ ਸੀ ਨਾ ਉਹਨਾਂ ਨੇ, ਆਖੀ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ ਰਹਾਓ ਦੀ ਪੰਕਤੀ, ਉਹਨੂੰ ਹੁਣ ਖੋਲ ਰਹੇ ਆ ਮਹਾਰਾਜ ਅੱਗੇ। ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਹੀ। ਗੁਰੂ ਨਾਨਕ ਸਾਹਿਬ ਆਏ ਸੀਗੇ, ਉਹਨਾਂ ਦਾ ਮੁਸਲਮਾਨੀ ਰਾਜ ਸੀਗਾ ਉਸ ਟਾਈਮ। ਖੱਤਰੀ ਜਿਹੜੇ ਸੀ ਮੁਸਲਮਾਨਾਂ ਦੇ ਜਿਹੜੇ ਹੈਗੇ ਆ ਉਹ ਨੌਕਰ ਸੀਗੇ, ਔਰ ਖੱਤਰੀ ਜਿਹੜੇ ਸੀ ਉਹਨਾਂ ਨੇ ਡਰੈਸ ਵੀ ਮੁਸਲਮਾਨਾਂ ਵਾਲੀ ਪਾਈ ਹੁੰਦੀ ਸੀਗੀ, ਬੋਲੀ ਵੀ ਉਰਦੂ ਬੋਲਦੇ ਸੀਗੇ, ਸਾਰਾ ਕੁਛ ਜਿਹੜਾ ਹੈਗਾ ਆਪਣਾ ਧਰਮ ਛੱਡ ਦਿੱਤਾ ਸੀ ਉਹਨਾਂ ਨੇ। ਔਰ ਜਿਵੇਂ ਉਹ ਕਹਿੰਦੇ ਸੀਗੇ ਉਸ ਤਰ੍ਹਾਂ ਜਿਹੜੇ ਹੈਗੇ ਆ ਲੋਕਾਂ ਨੂੰ ਲੁੱਟਦੇ ਸੀਗੇ। ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਹੀ। ਮਲੀਨ ਕਹਿੰਦੇ, ਮਲੇਸ਼ ਮਤਲਬ ਹੁਣ ਮੁਸਲਮਾਨ ਨੂੰ ਮਲੇਸ਼ ਕਹਿ ਦਿੰਦੇ, ਇੱਥੋਂ ਕਹਿ ਦਿੰਦੇ ਮੁਸਲਮਾਨ ਮਲੇਸ਼। ਨਾ ਬਈ ਨਾ, ਉਹ ਤਾਂ ਸਾਰੇ ਪਵਿੱਤਰ ਹੈਗੇ ਭਾਈ, ਸਾਰੇ ਅਪਵਿੱਤਰ ਹੈ, ਸਾਰੇ ਉਹਨਾਂ ਚੋਂ ਪਵਿੱਤਰ ਵੀ ਹੈ। ਮਲੀਨ ਮਲੇਸ਼ ਮਤਲਬ ਮਲੀਨ। ਖੱਤਰੀਆਂ ਤਾਂ ਧਰਮ ਛੋੜਿਆ ਮਲੇਸ਼ ਭਾਖਿਆ ਗਹੀ। ਬਿਲਕੁਲ ਮਲੀਨ ਜਿਹੜੀ ਹੈਗੀ ਬੁੱਧੀ ਹੋ ਗਈ। ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ। ਸਾਰੀ ਸ੍ਰਿਸ਼ਟੀ ਕਹਿੰਦੇ ਸਾਰੇ ਲੋਕੀ ਜਿਹੜੇ ਇੱਕੋ ਪਾਸੇ ਠੱਗੀ ਵਾਲੇ ਪਾਸੇ ਚੱਲ ਰਹੇ ਭਾਈ, ਸਾਰੇ ਇਹ ਕਾਮਨ ਹੋ ਗਈ ਹੈ ਚੀਜ਼ ਦੁਨੀਆ ਦੇ ਵਿੱਚ ਜਿਹੜੀ ਹੈਗੀ। ਸਾਰੇ ਲੋਕਾਂ ਨੇ ਨਾ ਇਹਨੂੰ ਜਿਹੜਾ ਹੈਗਾ ਇਹਨੂੰ ਜਿਸ ਤਰ੍ਹਾਂ ਕਹਿੰਦੇ ਨਾ ਅਪਰੂਵ ਦੇ ਦੀ, ਅਪਰੂਵਲ ਹੋ ਗਈ ਇਹਦੀ ਭਾਈ, ਠੱਗੀ ਮਾਰਨ ਦੀ ਜਿਹੜੀ ਹੈਗੀ ਆ ਇਹ ਜਸਟੀਫਾਈ ਹੋ ਗਿਆ ਹੈ। ਖੱਤਰੀਆਂ ਦਾ ਧਰਮ ਛੋੜਿਆ ਮਲੇਸ਼ ਭਾਖਿਆ ਗਹੀ। ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ। ਕਹਿੰਦੇ ਧਰਮ ਦੀ ਗਤ ਖਤਮ ਹੋ ਗਈ। ਮੈਜੋਰਟੀ ਸ੍ਰਿਸ਼ਟੀ ਜਿਹੜੀ ਹੈਗੀ ਇੱਕੋ ਜਿਹੇ ਹੋ ਗਏ ਸਾਰੇ ਦੇ ਸਾਰੇ, ਹਿੰਦੂ ਕੀ ਮੁਸਲਮਾਨ ਕੀ, ਜਿਹੜੇ ਵੀ ਲੋਕੀ ਹੈਗੇ ਸਾਰੇ ਜਿਹੜੇ ਹੈਗੇ ਠੱਗੀਆਂ ਮਾਰਨ ਲੱਗ ਪਏ। ਔਰ ਗਿਆਨ ਜਿਹੜਾ ਹੈਗਾ ਬ੍ਰਹਮ ਗਿਆਨ ਵੀ ਹੈਗਾ, ਗਿਆਨ ਵੀ ਪਿਆ ਹੋਇਆ। ਅਸ਼ਟ ਸਾਜ ਪੁਰਾਣ, ਅਸ਼ਟ ਸਾਜ ਪੁਰਾਣ ਸੋਧੈ। ਅਸ਼ਟ ਸਾਜ ਪੁਰਾਣ ਸੋਧੈ ਕਰੇ ਵੇਦ ਅਭਿਆਸ। ਅਸ਼ਟ ਸਾਜ ਪਹਿਲਾਂ ਇਕੱਠਾ ਲੈਣਾ ਪਊਗਾ। ਅਸ਼ਟ ਸਾਜ ਪੁਰਾਣ ਸੋਧੈ ਕਹਿੰਦੇ 8 ਜਿਹੜੇ ਹੈਗੇ ਅਧਿਆਏ ਦੀ ਜਿਹੜੀ ਇਹ ਵਿਆਕਰਨ ਹੁੰਦੀ ਹੈ, ਇਹਨਾਂ ਦੀ ਵਿਆਕਰਨ ਹੈਗੀ, ਉਹਨੂੰ ਉਸ ਦੇ ਨਾਲ ਜਿਹੜਾ ਹੈਗਾ ਉਹ ਵਿਆਕਰਨ ਨੂੰ ਜਿਹੜਾ ਹੈਗਾ ਐਗਜ਼ਿਸਟੈਂਸ ਦੇ ਵਿੱਚ ਆਈ ਵਿਆਕਰਨ ਦੇ ਨਾਲ ਪੁਰਾਣ ਨੂੰ ਜਿਹੜਾ ਹੈਗਾ ਪੁਰਾਣਾ ਤੋਂ ਗਿਆਨ ਲੈਂਦੇ ਆ, ਪੁਰਾਣਾ ਨੂੰ ਸੋਚਦੇ ਉਸ ਦੇ ਅਨੁਸਾਰ ਵਿਚਾਰਦੇ ਆ ਔਰ ਵੇਦਾਂ ਦਾ ਅਭਿਆਸ ਕਰਦੇ ਆ, ਗਿਆਨ ਦਾ ਅਭਿਆਸ ਕਰਦੇ ਆ। ਬਸ ਆਹੀ ਧਰਮ ਹੈਗਾ। ਅਸ਼ਟ ਸਾਜ ਪੁਰਾਣ ਸੋਧੈ ਕਰੇ ਵੇਦ ਅਭਿਆਸ। ਆਖਰੀ ਦੇ ਵਿੱਚ ਮਹਾਰਾਜ ਦੱਸ ਰਹੇ ਪਾਏ ਬਿਨ ਨਾਮ ਹਰ ਕੇ ਮੁਕਤ ਨਾਹੀ ਕਹੇ ਨਾਨਕ ਦਾਸ। ਦਾਸ ਨਾਨਕ ਦੇ ਕੱਕੇ ਨੂੰ ਔਂਕੜ, ਦਾਸ ਦੇ ਸੱਸੇ ਨੂੰ ਔਂਕੜ। ਪਹਿਲੀ ਪਾਤਸ਼ਾਹੀ ਕਹਿ ਰਹੀ ਹੈ ਭਾਈ ਨਾਮ ਤੋਂ ਬਗੈਰ ਤਾਂ ਮੁਕਤੀ ਨਹੀਂ ਮਿਲ ਸਕਦੀ ਭਾਈ, ਇੰਪੋਸੀਬਲ ਗੱਲ ਹੈ। ਬਿਨ ਨਾਮ ਹਰ ਕੇ ਮੁਕਤ ਨਹੀਂ ਮੁਕਤ ਹੋਏਗਾ ਭਾਈ, ਇਹ ਜਨਮ ਜਾਏਗਾ ਹੀ ਜਾਏਗਾ। ਇਹ ਜਿਹੜਾ ਹੈਗਾ ਤਾਨਸ਼ਟ ਜਗ ਭ੍ਰਿਸ਼ਟ ਹੋਏਗਾ ਹੀ ਹੋਏਗਾ, ਡੁੱਬੇਗਾ ਹੀ ਡੁੱਬਤਾ ਇਵ ਜਗ। ਕਾਲ ਨਹੀਂ ਜੋਗ ਨਹੀਂ ਸਤ ਕਾ ਢੱਬ। ਕੀ ਹੈਗਾ ਇਹ? ਕਹਿੰਦੇ ਬਿਨ ਨਾਮ ਹਰ ਕੇ ਮੁਕਤ ਨਾਹੀ ਕਹੇ ਨਾਨਕ ਦਾਸ।
ਇਹ ਧਿਆਨ ਸਿਮਰਨ ਤੋਂ ਬਗੈਰ ਜਿਹੜਾ ਹੈਗਾ ਮੁਕਤੀ ਇੰਪੋਸੀਬਲ ਹੈਗੀ। ਜੀ ਆਪਣੇ ਚ ਬਿਲਕੁਲ ਠੀਕ ਕਹਿ ਰਹੇ ਜੀ। ਉਹ ਕਹਿੰਦੇ ਵੀ ਜੇ ਤੂੰ ਆ ਤੋਤਾ ਰਿਟਰਨ ਕਰੀ ਜਾਏਗਾ ਵੇਦਾਂ ਦਾ ਜਾਂ ਕੋਈ ਬਾਣੀਆਂ ਦਾ ਜਾਂ ਕੋਈ ਪੰਜ ਨਮਾਜ਼ਾਂ ਪੜ੍ਹੀ ਜਾਏਗਾ, ਇਹਦੇ ਨਾਲ ਕੋਈ ਖੇਡ ਨਹੀਂ ਬਣਨੀ। ਜਿੰਨੀ ਦੇਰ ਤੂੰ ਧਿਆਨ ਸਿਮਰਨ ਦੇ ਵਿੱਚ ਨਹੀਂ ਉਤਰੇਗਾ ਤੈਨੂੰ ਮੈਦਾਨ 'ਚ ਤਾਂ ਆਪ ਹੀ ਉਤਰਨਾ ਪੈਣਾ। ਬਿਲਕੁਲ ਸਹੀ ਗੱਲ ਆ। ਹੁਣ ਇਸ ਤੋਂ ਬਾਅਦ ਜਿਹੜਾ ਹੈਗਾ ਕਹਿੰਦੇ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੇ ਐਸੀ ਸ੍ਰਿਸ਼ਟੀ ਬਣਾਈ ਹੋਈ ਆ ਜਿਹੜੀ ਕਿ ਉਹਦੀ ਜਿਹੜੀ ਹੈਗੀ ਆ ਉਸ ਮਾਲਕ ਪਰਮਾਤਮਾ ਦੀ ਆਰਤੀ ਤਾਂ ਕਰ ਰਹੀ ਹੈ। ਸ੍ਰਿਸ਼ਟੀ ਆਪ ਆਰਤੀ ਕਰ ਰਹੀ ਹੈ ਸਾਰੀ ਦੀ ਸਾਰੀ ਉਸ ਮਾਲਕ ਪਰਮਾਤਮਾ ਨੂੰ, ਜਿਹਨੇ ਉਹਨੂੰ ਬਣਾਇਆ ਹੈ। ਮਾਲਕ ਪਰਮਾਤਮਾ ਨੂੰ ਪਰਮਾਤਮਾ ਨੇ ਬਣਾਇਆ ਹੈ ਸਾਰੀ ਸ੍ਰਿਸ਼ਟੀ ਨੂੰ। ਕਹਿੰਦੇ ਤੂੰ ਕੀ ਉਹਨੂੰ ਦੇਣਾ ਹੈਗਾ ਮਾਲਕ ਨੂੰ, ਤੂੰ ਕੀ ਅਰਪਣ ਕਰ ਸਕਦਾ ਹੈ, ਤੂੰ ਕੀ ਚੀਜ਼ ਕਰ ਸਕਦਾ ਹੈ, ਤੂੰ ਕਿਹੜੀ ਚੀਜ਼ ਜਿਹੜਾ ਹੈਗਾ ਇਹ ਪਦਾਰਥ, ਇਹ ਸ੍ਰਿਸ਼ਟੀ, ਇਹ ਸਾਰੇ ਜੋ ਕੁਛ ਵੀ ਹੈਗਾ ਇਹ ਕੀ ਅਰਪਣ ਕਰ ਸਕਦਾ ਹੈ ਤੂੰ? ਜਿਹਨੇ ਬਣਾਏ ਆ ਉਹਨੂੰ ਅਰਪਣ ਕਰ ਸਕਦਾ ਹੈ ਤੂੰ। ਤਨਾਸਰੀ ਮਹਲਾ ਪਹਿਲਾ ਆਰਤੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਗगन मैं थाल रव चंद दीपक बने तार का मंडल जनक मोती। ਕਹਿੰਦੇ ਕਿੰਨਾ ਸੋਹਣਾ ਥਾਲ ਆ, ਦੇਖ ਚਾਰ ਸਪੇਰੇ, ਦੇਖ ਧਰਤੀ ਦੇ ਚਾਰ ਸਪੇਰੇ ਦੇਖ ਲਾ, ਗਗਨ ਪੂਰਾ ਜਿਹੜਾ ਹੈਗਾ ਥਾਲੀ ਬਣਿਆ ਹੋਇਆ, ਉਹਦੇ ਵਿੱਚ ਇੰਨੇ ਸੋਹਣੇ ਸੋਹਣੇ ਦੇਖ ਇਸ ਚੰਦ ਤੇ ਸੂਰਜ ਦੇਖ, ਦੋ ਦੀਵੇ ਕਿੰਨੇ ਵਧੀਆ ਦੀਵੇ ਜਲ ਰਹੇ, ਸਾਰੀ ਦੁਨੀਆ ਨੂੰ ਲੋ ਕਰ ਰਹੇ ਆ। ਔਰ ਦੇਖ ਕਿੰਨੇ ਤਾਰੇ ਆ ਉਹਦੇ ਵਿੱਚ, ਕਿੰਨੇ ਤਾਰੇ ਜੜੇ ਹੋਏ ਆ ਪੂਰੇ ਦੇ ਪੂਰੇ, ਤਾਰਿਕਾ ਮੰਡਲ ਜਨਕ ਮੋਤੀਆਂ ਵਾਂਗੂ ਜੜੇ ਹੋਏ ਆ। ਦੇਖ ਕਿੰਨਾ ਸੋਹਣਾ ਦ੍ਰਿਸ਼ ਹੈ, ਕਦੀ ਦੇਖਿਆ ਹੈ ਤੂੰ? ਗगन ਮੈਂ ਥਾਲ, ਗगन ਕਹਿੰਦੇ ਥਾਲਿਆ, ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ, ਮਲ ਆਨ ਲੋ। ਇੱਕ ਜਿਹੜਾ ਹੈਗਾ ਕਹਿੰਦੇ ਕਿੰਨੀ ਖੁਸ਼ਬੂ ਜਿਹੜੀ ਹੈਗੀ ਆ ਰਹੀ ਹੈ, ਦੇਖ ਹਵਾ ਦੇ ਵਿੱਚ ਕਿੰਨੀ ਸੋਹਣੀ ਸੋਹਣੀ ਖੁਸ਼ਬੂ ਹੈ ਹਵਾ ਦੇ ਵਿੱਚ। ਮਹਾਰਾਜ ਨੇ ਕਿੰਨੇ ਫੁੱਲ ਰੱਖੇ ਹੋਏ ਆ, ਕਿੰਨੇ, ਔਰ ਚੰਦਨ ਜਿਹੜਾ ਹੈਗਾ ਇੱਕ ਦਕਸ਼ਿਣ ਦੇ ਵਿੱਚ ਜਿਹੜਾ ਹੈਗਾ ਇੱਕ ਮਲਾ ਜਿਹੜਾ ਹੈਗਾ, ਇੱਕ ਪਹਾੜ ਹੈਗਾ, ਉਹ ਜਿੱਥੇ ਉਹ ਜਿਹੜਾ ਹੈਗਾ ਉਹ ਵੀਰਪਨ ਕਿਹੜਾ ਸੀਗਾ ਜਿਹੜਾ ਹੈਗਾ ਉਹ ਚੰਦਨ ਦੀ ਲੱਕੜੀ ਜਿਹੜਾ ਉਹ ਤਸਕਰੀ ਕਰਦਾ ਸੀਗਾ। ਕਹਿੰਦੇ ਉੱਥੋਂ ਤੇ ਕਿੰਨੀ ਖੁਸ਼ਬੂ ਆ ਰਹੀ ਹੈ, ਕਿੰਨੀ ਖੁਸ਼ਬੂ ਆਉਂਦੀ ਹੈ। ਧੂਪ ਮਲ ਆਨ ਲਓ, ਕਹਿੰਦੇ ਇਸ ਤਰ੍ਹਾਂ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਨੇ ਜਿਹੜੀ ਹੈਗੀ ਉਹਦੀ ਖੁਸ਼ਬੂ ਜਿਹੜੀ ਹੈਗੀ ਸ੍ਰਿਸ਼ਟੀ ਦੇ ਵਿੱਚ ਫੈਲੀ ਹੋਈ ਹੈ। ਧੂਪ ਮਲ ਆਨ ਲਓ, ਪਵਨ ਚਵਰੋ ਕਰੇ, ਔਰ ਪਵਨ ਜਿਹੜੀ ਹੈਗੀ ਉਹਨੂੰ ਮਾਲਕ ਨੂੰ ਚੌਰ ਕਰ ਰਹੀ ਹੈ, ਮਾਲਕ ਪਰਮਾਤਮਾ ਨੂੰ। ਸਗਲ ਬਨ ਰਹਾ ਹੈ ਫੁੱਲੰਤ ਜੋਤੀ, ਔਰ ਸਾਰੀ ਦੀ ਸਾਰੀ ਬਨਸਪਤੀ ਜਿਹੜੀ ਹੈਗੀ ਫੁੱਲ ਜਿਹੜੀ ਹੈਗੀ ਖਿਲਾਰ ਰਹੀ ਹੈ ਉਸ ਜੋਤੀ ਦੇ ਉੱਤੇ, ਉਸ ਮਾਲਕ ਪਰਮਾਤਮਾ ਦੇ ਉੱਤੇ, ਜਿਹਦੀ ਜੋਤ ਜਿਹੜੀ ਹੈ ਸਾਰੇ ਸੰਸਾਰ ਦੇ ਵਿੱਚ ਫੈਲੀ ਹੋਈ ਹੈ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਕਹਿੰਦੇ ਉਹ ਮਾਲਕਾ ਕਿੰਨੀ ਸੋਹਣੀ ਤੇਰੀ ਆਰਤੀ ਹੋ ਰਹੀ ਹੈ। ਭਵ ਖੰਡਨਾ, ਇਹ ਭਵਜਲ ਪਾਇਆ ਆ, ਇਹ ਚੋਗਾ ਪਾਇਆ ਹੋਇਆ, ਇਹਨੂੰ ਖੰਡਨ ਕਰਨ ਵਾਲਾ ਤੂੰ ਹੀ ਹੈਗਾ। ਤੂੰ ਪਾਉਣ ਵਾਲਾ ਹੈ ਤੇ ਤੂੰ ਉਹਨੂੰ ਉਹ ਚੋਂ ਕੱਢਣ ਵਾਲਾ ਹੈ। ਤੇਰੀ ਆਰਤੀ, ਤੇਰੀ ਆਰਤੀ ਮਾਲਕਾ, ਤੇਰੀ ਆਰਤੀ। ਕੈਸੀ ਆਰਤੀ ਹੋਏ, ਕਿੰਨੀ ਸੋਹਣੀ ਤੇਰੀ ਆਰਤੀ ਹੋ ਰਹੀ ਹੈ, ਕਿੰਨਾ ਸੋਹਣਾ ਦ੍ਰਿਸ਼ ਹੈਗਾ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਕਹਿੰਦੇ ਐਸੀ ਭੇਰੀ ਜਿਹੜੀ ਹੈਗੀ ਉਹ ਅਨਹਤ ਸ਼ਬਦ ਜਿਹੜਾ ਹੈਗਾ ਸ੍ਰਿਸ਼ਟੀ ਦੇ ਵਿੱਚ ਵੱਜ ਰਿਹਾ ਹੈ। ਅਨਹਤਾ ਸ਼ਬਦ ਵਾਜੰਤ, ਉਹ ਸ਼ਬਦ ਅਨਹਤ ਸ਼ਬਦ ਸ੍ਰਿਸ਼ਟੀ ਦੇ ਵਿੱਚ ਵੱਜ ਰਿਹਾ ਹੈ, ਜਿਨ੍ਹਾਂ ਦੇ ਨਾਲ ਜੁੜ ਕੇ ਇਨਸਾਨ ਨਿਕਲ ਸਕਦਾ ਹੈ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਨਗਾੜਾ ਭੇਰੀ ਵੱਜ ਰਹੀ ਹੈ। ਕਹਿੰਦੇ ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਕਹਿੰਦੇ ਜਿੰਨੇ ਵੀ ਜੀਵ ਹੈਗੇ ਉਹਨਾਂ ਦੀਆਂ ਅੱਖਾਂ ਸਾਰੀਆਂ ਤੇਰੇ ਨੈਣ ਹੈਗੇ, ਉਹਨਾਂ ਦੀਆਂ ਅੱਖਾਂ ਤੇਰੀਆਂ ਹੀ ਹੈਗੀਆਂ। ਹਜ਼ਾਰਾਂ ਤੇਰੀਆਂ ਅੱਖਾਂ ਹੈਗੀਆਂ ਤੇ ਇੱਕ ਵੀ ਅੱਖ ਨਹੀਂ ਹੈ ਤੇਰੀ। ਤੂੰ ਜਿਹੜਾ ਹੈਗਾ
तेरा कोई रूप नहीं, रंग नहीं, रेख नहीं। सहस तव नैन नन, नैन है तोहे, तोहे को सहस मूरत नना एक तोही। ਕਹਿੰਦੇ ਹਜ਼ਾਰਾਂ ਹੀ ਤੇਰੀਆਂ ਮੂਰਤਾਂ ਹੈਗੀਆਂ ਔਰ ਇੱਕ ਵੀ ਨਹੀਂ ਹੈਗੀ। ਸਾਰਿਆਂ ਦੇ ਵਿੱਚ ਤੂੰ ਹੀ ਹੈਗਾ ਔਰ ਇੱਕ ਵੀ ਨਹੀਂ ਹੈਗਾ। ਨਨਾ ਏਕ ਤੋਹੀ, सहस पद विमल नन एक पद, गंध बिन सहस तव गंधिव चलत मोही। कहते तेरे पैर सोहने पैर, विमल मल रहित पैर, चरण सहस पद, हजारां ही तेरे पैर है गया और एक भी नहीं है तेरा पैर। हजारां ही तेरिया नासिका है गया गंध और एक भी नहीं हैगी। सहस पद विमल नन, एक पद गंध बिन, सहस तव गंधिव चलत मोही। मालका तो मैं देख के मैं तो मोहित हो गया। कैसा तेरी गेम हैगी, सारिਆਂ ਦੇ ਵਿੱਚ ਤੂੰ ਹੈਗਾ ਆ। ਸਾਰਿਆਂ ਦੀ ਅੱਖਾਂ, ਸਾਰਿਆਂ ਦੀ ਨੱਕ, ਸਾਰਿਆਂ ਦੇ ਪੈਰ ਤੇਰੇ ਹੀ ਹੈਗੇ ਆ ਔਰ ਤੇਰਾ ਇੱਕ ਵੀ ਪੈਰ ਨਹੀਂ ਹੈਗਾ। ਫਿਰ ਜਿਹੜਾ ਸਾਰਿਆਂ ਦੇ ਵਿੱਚ ਹੋ ਕੇ ਵੀ ਤੂੰ ਜਿਹੜਾ ਹੈਗਾ प्रगट होके भी गुप्त हैगा है। क्या तमाशा है मालका तेरा, तेरा कैसा कैसा चलत हैगा तू। ये तो मैनू मोह रहा है, ये तो मैनू तेरे नाल जोड़ रहा है। सहस पद विमल नन, एक पद गंध बिन, सहस तव गंधिव चलत मोही। सब में जोत, जोत है सोए। ਸਾਰਿਆਂ ਦੇ ਵਿੱਚ ਤੇਰੀ ਜੋਤ ਹੈ ਮਾਲਕਾ, ਤੇਰੀ ਜੋਤ ਹੈ ਸਾਰਿਆਂ ਦੇ ਵਿੱਚ, ਹਰ ਜਗ੍ਹਾ ਤੇ ਤੇਰੀ ਜੋਤ ਹੈ। ਤਿਸਕੈ ਚਾਨਣ ਸਭ ਮੈਂ ਚਾਨਣ ਹੋਏ। ਤੇਰੇ ਤੋਂ ਹੀ ਚਾਨਣ, ਤੇਰਾ ਹੀ ਪ੍ਰਕਾਸ਼ ਸਾਰਿਆਂ ਨੂੰ ਪ੍ਰਕਾਸ਼ਿਤ ਕਰ ਰਿਹਾ ਹੈ। ਸਾਰਿਆਂ ਦੇ ਅੰਦਰ ਤੇਰੀ ਜੋਤ ਹੈ, ਹਰ ਜਗ੍ਹਾ ਤੇ ਤੇਰੀ ਜੋਤ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ। ਇੱਥੇ ਜਿਹੜਾ ਹੈਗਾ ਟਵਿਸਟ ਦੇਤਾ ਮਹਾਰਾਜ ਨੇ, ਘੁਮਾਤਾ ਇੱਕਦਮ। ਕਹਿੰਦੇ ਜੇ ਪ੍ਰਗਟ ਕਰਨਾ ਚਾਹੁੰਦਾ ਹੈ ਮਾਲਕ ਨੂੰ, ਮਾਲਕ ਦੀ ਜੋਤ ਨੂੰ, ਤੇ ਪਿਆਰਿਆ ਫਿਰ ਗੁਰੂ ਦੀ ਸਾਖੀ ਲੈ ਲਾ, ਗੁਰੂ ਦੀ ਸਿੱਖਿਆ। ਸਾਖੀ ਦਾ ਮਤਲਬ ਸਿੱਖਿਆ। ਗੁਰਸਾਖੀ ਜੋਤ ਪ੍ਰਗਟ ਹੋਏ, ਪ੍ਰਗਟ ਹੋ ਜਾਏਗੀ ਤੇਰੇ ਅੰਦਰ ਪਿਆਰਿਆ, ਤੇਰੇ ਅੰਦਰ ਪ੍ਰਗਟ ਹੋ ਜਾਏਗੀ। ਉਹ ਬ੍ਰਹਮੰਡ ਜਿਹੜਾ ਹੈਗਾ, ਕੋਟ ਬ੍ਰਹਮੰਡ ਕੋ ਠਾकुर स्वामी, ਉਹ ਤੇਰੇ ਅੰਦਰ ਪ੍ਰਗਟ ਹੋ ਜਾਏਗਾ ਪਿਆਰਿਆ। ਗੁਰਸਾਖੀ ਜੋਤ ਪ੍ਰਗਟ ਹੋਏ। ਕਿਵੇਂ? ਜੋ ਤਿਸ ਭਾਵੈ ਸੋ ਆਰਤੀ ਹੋਏ। ਕਹਿੰਦੇ ਜੋ ਮਾਲਕ ਨੂੰ, ਮਾਲਕ ਜੋ ਚਾਹੁੰਦਾ ਆ ਉਹ ਕਾਰਵਾਈ ਕਰੇਗਾ ਤਾਂ, ਉਹ ਆਰਤੀ ਕਰੇਗਾ ਤਾਂ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਜੇ ਆ ਆਰਤੀ ਹੋਏਗੀ ਤਾਂ, ਜੋ ਉਹਨੂੰ ਪਾਉਂਦਾ ਆ, ਉਹਨੂੰ ਪਾਉਂਦਾ ਤੁਧ ਭਾਵ ਹੈ ਤੇਰੀ ਬੰਦਗੀ, ਤੂੰ ਗੁਣੀ ਗਹੀਰਾ। ਗੁਰ ਸਾਖੀ ਜੋਤ ਪ੍ਰਗਟ ਹੋਏ। ਆ ਗੁਰੂ ਦੀ ਸਾਖੀ ਆਪਾਂ ਨੂੰ ਦੱਸ ਰਹੀ ਹੈ ਭਾਈ, ਜੇ ਜੋਤ ਪ੍ਰਗਟ ਕਰਨੀ ਹੈ ਤੇ ਜੋ ਮਾਲਕ, ਜਿਸ ਤਰ੍ਹਾਂ ਮਾਲਕ ਕਹਿੰਦਾ ਜੋਤ ਪ੍ਰਗਟ ਹੋਏਗੀ, ਉਸ ਤਰ੍ਹਾਂ ਕੰਮ ਕਰਨਾ ਪਊਗਾ, ਉਹ ਆਰਤੀ ਕਰਨੀ ਪਊਗੀ। ਅੱਗੇ ਹੁਣ ਉਹ ਆਰਤੀ ਦਾ ਕਹਿਣ ਦਾ ਮਤਲਬ ਵੀ ਉਹਦੇ ਜਿਹੜਾ ਜਿਸ ਤਰ੍ਹਾਂ ਉਹ ਆਰਤੀ ਦੇ ਵਿੱਚ ਦੱਸ ਰਹੇ ਨੇ, ਤੈਨੂੰ ਵੀ ਉਹਦਾ ਇੱਕ ਅੰਗ ਬਣਨਾ ਪੈਣਾ ਹੈ, ਉਹਦੇ ਅੰਦਰ ਹੀ ਜਾਣਾ ਪੈਣਾ ਹੈ, ਉੱਥੇ ਮਹਿਸੂਸ ਕਰਨਾ ਪੈਣਾ, ਉਹਨੂੰ ਅਨੁਭਵ ਕਰਨਾ ਪੈਣਾ ਉੱਥੇ, ਤਾਂ ਹੀ ਉਹ ਤੂੰ ਉਹਦਾ ਪਾਰਟ ਨਜ਼ਰ, ਮਤਲਬ ਤੂੰ ਖਤਮ ਹੀ ਹੋ ਜਾਏਗਾ, ਉਹੀ ਨਜ਼ਰ ਆਊਗਾ ਸਾਰਾ। ਹਾਂ, ਹਰ ਚਰਨ ਕਮਲ, ਹਰ ਚਰਨ ਕਮਲ। ਕਹਿੰਦੇ ਪਰਮੇਸ਼ਰ ਦੇ ਚਰਨ ਹੈਗੇ ਭਾਈ, ਧਿਆਨ ਰੂਪੀ ਚਰਨ ਹੈ ਪਰਮੇਸ਼ਰ ਦੇ। ਸਮਰਨ ਜਿਹੜਾ ਹੈਗਾ, ਯਾਦ ਕਰਨਾ ਪਰਮੇਸ਼ਰ ਨੂੰ, ਧਿਆਨ, ਉਹ ਉਹਦੇ ਚਰਨ ਹੈਗੇ। ਹਰ ਚਰਨ ਕਮਲ ਸੋਹਣੇ। ਮਕਰੰਦ ਲੋਭਿਤ, ਕਹਿੰਦੇ ਉਹਨਾਂ ਦੇ ਅੰਦਰ ਮਕਰੰਦ ਵੀ ਹੈਗਾ। ਐਵੇਂ ਹੀ ਨਹੀਂ ਹੈਗੇ ਚਰਨ ਕਮਲ। ਇਹ ਭੌਰਾ ਜਿਹੜਾ ਹੈਗਾ ਐਵੇਂ ਹੀ ਥੋੜ੍ਹੀ ਨਾ। ਇਹ ਜਿਹੜੇ ਹੈਗੇ ਧਿਆਨ ਸਿਮਰਨ ਕਰ ਰਹੇ ਜਿਹੜੇ ਲੋਕੀ ਜਿਹੜੇ ਹੈਗੇ, ਇਹ ਜਿਹੜੇ ਸਾਧਨਾ ਕਰਨ ਵਾਲੇ ਹੁੰਦੇ ਆ, ਇਹ ਜਿਹੜੇ ਮਨ ਨੂੰ ਆਪਣੇ ਨੂੰ ਇਸ ਦੁਨੀਆ ਦੇ ਚੋਗੇ ਤੋਂ, ਦੁਨੀਆ ਦੇ ਪਦਾਰਥਾਂ ਤੋਂ, ਕਿ ਉਹਨਾਂ ਨੂੰ ਮਿੱਠੇ ਨਹੀਂ ਲੱਗਦੇ, ਉਹਨਾਂ ਨੂੰ ਚੰਗੇ ਨਹੀਂ ਲੱਗਦੇ ਪਦਾਰਥ। ਕਿਉਂ? ਜਿਹੜੇ ਹੈਗੇ ਉਹ ਜਿਹੜਾ ਹੈਗੇ ਤਿਲਾਂਜਲੀ ਦੇ ਦਿੰਦੇ ਆ ਉਹਨਾਂ ਨੂੰ।
ਕਿਉਂ ਉਹਨਾਂ ਨੂੰ ਡਰਾਪ ਕਰ ਦਿੰਦੇ ਆ? ਕਹਿੰਦੇ ਉਹਨਾਂ ਨੂੰ ਆ ਮਕਰੰਦ ਚਾਹੀਦੀ ਹੁੰਦੀ ਹੈ ਭਾਈ, ਸਭ ਤੋਂ ਜ਼ਿਆਦਾ ਕੀਮਤੀ ਸਵਾਦ ਵਾਲਾ ਚੀਜ਼, ਆਹ ਚੀਜ਼ ਚਾਹੀਦੀ ਉਹਨਾਂ ਨੂੰ ਅੰਮ੍ਰਿਤ ਚਾਹੀਦਾ, ਅੰਮ੍ਰਿਤ ਉਹਨਾਂ ਨੂੰ। ਇਸ ਤੋਂ ਬਾਅਦ ਆ ਅਸਲੀ ਜਿਹੜੀ ਹੈਗੀ ਆਪਾਂ ਨੇ ਇੱਥੇ ਤ੍ਰਿਪਤ ਹੋਣਾ ਹੈ। ਇਹ ਆਪਾਂ ਪਾਰਟ ਹਾਫ ਪਾਰਟ ਹੈਗੇ, ਨੈਗੇਟਿਵਿਟੀ ਪੋਜ਼ਿਟਿਵਿਟੀ ਜਿਹੜੇ ਆ, ਜਿਵੇਂ ਦੋਨੋਂ ਚੀਜ਼ਾਂ ਮਿਲ ਜਾਂਦੀਆਂ, ਅਟਰੈਕਸ਼ਨ, ਇਸ ਤਰ੍ਹਾਂ ਜਿਹੜੀ ਹੈਗੀ ਆਪਣੀ ਸੁਰਤ ਜਿਹੜੀ ਆ ਆਤਮਾ ਦੇ ਵਿੱਚ ਲੀਨ ਹੋਏਗੀ। ਆਇਆ ਮਿਲਨ, ਇਹਨੂੰ ਕਹਿੰਦੇ ਆ ਬਈ ਧਨ ਤੇ ਪਿਰ ਦਾ ਮਿਲਨ। ਜਦ ਤੱਕ ਨਹੀਂ ਹੋਏਗਾ ਆਪਾਂ ਪਿਆਸੇ ਹੀ ਰਵਾਂਗੇ, ਕਿਉਂਕਿ ਆ ਅਸਲੀ ਆਪਣੀ ਪਿਆਸ ਇੱਥੇ ਬੁਝਣੀ ਆ। ਜਨਮਾਂ ਤੋਂ ਭਾਵੇਂ ਜਿੰਨੇ ਮਰਜ਼ੀ ਜਨਮਾਂ ਦੀ ਗਤੀ ਕਰੀ ਜਾਓ, ਪਿਆਸੇ ਹੀ ਰਵਾਂਗੇ ਆਪਾਂ। ਇਹ ਬਾਹਰ ਜਿਹੜਾ ਚੋਗਾ ਪਾਇਆ, ਬਾਹਰ ਰਸਕਸ ਪਾਇਆ, ਇਹਦੇ ਨਾਲ ਪਿਆਸ ਵਧੇਗੀ, ਬੁਝੇਗੀ ਨਹੀਂ, ਸਮਾਂ ਚਲੇ ਜਾਏਗਾ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ। ਕੌਣ ਕਹਿ ਰਿਹਾ? ਪਹਿਲੀ ਪਾਤਸ਼ਾਹੀ ਕਹਿ ਰਹੀ ਹੈ। ਕਹਿੰਦੀ ਮੈਨੂੰ ਤਾਂ ਉਹ ਮਕਰੰਦ ਜਿਹੜੀ ਹੈ ਮੈਨੂੰ ਤਾਂ ਖਿੱਚ ਪਾ ਰਹੀ ਹੈ ਬਾਈ, ਪਰਮੇਸ਼ਰ ਦੇ ਸੋਹਣੇ ਚਰਨਾਂ ਦੀ, ਕਮਲਾਂ ਦੀ ਜਿਹੜੀ ਹੈਗੀ, ਮੈਨੂੰ ਉਹਦਾ ਪਰਾਗ, ਉਹਦੇ ਅੰਦਰ ਜਿਹੜੀ ਜੂਸ। ਹਰ ਚਰਨ ਕਮਲ ਮਕਰੰਦ ਲੋਭਿਤ। ਮੈਂ ਤਾਂ ਬਸ ਮੈਂ ਭੌਰਾ ਆ, ਬਸ ਮੈਨੂੰ ਉਹਦਾ ਲੋਭ ਹੈਗਾ, ਉਹਦਾ ਲਾਲਚ ਹੈ ਮੈਨੂੰ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਮੇਰਾ ਮਨ ਅਨ ਦਿਨੋਂ ਮੋਹਿ ਆਹੀ ਪਿਆਸਾ। ਅਨ ਦਿਨ ਮੇਰੀ ਪਿਆਸ ਵਧੀ ਜਾਂਦੀ ਆ, ਬਸ ਜਿਉਂ ਮੈਂ ਧਿਆਨ ਸਿਮਰਨ ਕਰਦਾ ਮੇਰੀ ਪਿਆਸ ਵੱਧ ਜਾਂਦੀ ਆ। ਅਨ ਦਿਨੋਂ ਮੋਹਿ ਆਹੀ ਪਿਆਸਾ, ਆਹੀ ਪਿਆਸ ਲੱਗੀ ਰਹਿੰਦੀ ਹੈ। ਹਰ ਚਰਨ ਕਮਲ ਮਕਰੰਦ ਲੋਭਿਤ। ਕਿੰਨੀ ਵਾਰੀ ਆਰਤੀ ਕੀਤੀ ਹੈ ਭਾਈ, ਹਰ ਰੋਜ਼। ਮੈਂ ਤਾਂ ਰੂਟੀਨ ਸੀ, ਸਾਡਾ ਨਿਤਨੇਮ ਸੀਗਾ ਇਹ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨ ਦਿਨੋਂ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਮ ਵਾਸਾ। ਕਿਰਪਾ ਮਾਲਕਾ, ਕਿਰਪਾ ਕਰ, ਤੂੰ ਕਿਰਪਾ ਕਰ ਮਾਲਕਾ। ਦੇ ਦੇ ਹੁਣ ਪਪੀਹੇ ਨੂੰ, ਦੇ ਦੇ ਇਹ ਬੂੰਦ, ਦੇ ਦੇ ਮਾਲਕਾ, ਦੇ ਦੇ ਇਹ ਜਿਹੜਾ ਮਕਰੰਦ ਹੁਣ ਦੇ ਦੇ ਮਾਲਕਾ, ਕਿਰਪਾ ਕਰਕੇ ਦੇ ਦੇ ਇਹ ਅੰਮ੍ਰਿਤ, ਇੱਕ ਬੂੰਦ ਦੇ ਦੇ ਹੁਣ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋ ਜਾਤੇ ਤੇਰੇ ਨਾਮ ਵਾਸਾ। ਤੇਰੇ ਨਾਮ ਦੇ ਵਿੱਚ ਵਾਸਾ ਹੋ। ਪਿਆਸ ਲੱਗਣੀ ਜ਼ਰੂਰੀ ਹੈ ਜੀ, ਹਾਂਜੀ, ਫੇਰ ਮਿਲੂਗੀ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋ ਜਾਤੇ ਤੇਰਾ ਨਾਮ ਵਾਸਾ। ਤੇਰੇ ਨਾਮ ਦੇ ਵਿੱਚ ਵਾਸਾ ਹੋ ਜਾਏ, ਬਸ। ਆ ਜੀ ਇੱਕੋ ਹੀ ਸੀਗਾ ਆਰਤੀ। ਹੁਣ ਇਸ ਤੋਂ ਬਾਅਦ ਜਿਹੜੇ ਹੈਗੇ ਤੀਸਰੀ ਪਾਤਸ਼ਾਹੀ ਦੇ ਸ਼ਬਦ ਸ਼ੁਰੂ ਹੋ ਰਹੇ ਆ। ਧਨਾਸਰੀ ਮਹਲਾ ਤੀਜਾ, ਘਰ ਦੂਜਾ, ਚੌਪਦੇ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹ ਧਨ ਅਖੁੱਟ, ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਹੁਣ ਇਹ ਧਨ ਦੀ ਗੱਲ ਕਰ ਰਹੇ ਆ ਮਹਾਰਾਜ। ਇਹ ਧਨ ਅਖੁੱਟ, ਕਹਿੰਦੇ ਖੁੱਟਦਾ ਨਹੀਂ ਹੈ, ਤੇ ਨਾ ਹੀ ਇਹ ਖਤਮ ਹੁੰਦਾ ਹੈ, ਨਿਖੁੱਟਦਾ ਵੀ ਨਹੀਂ ਹੈ। ਇਹ ਧਨ ਜਿਹੜਾ ਹੈਗਾ ਇੱਕ ਵਾਰੀ ਆ ਜਾਏ, ਉਹਨੂੰ ਜਿੰਨਾ ਖਰਚੀ ਜਾਓ ਉਹਨੇ ਨਹੀਂ ਜਾਣਾ। ਜਿਹੜਾ ਧਨ ਆ ਗਿਆ ਆਪਣੇ ਕੋਲ, ਉਹ ਧਨ ਜਾਏਗਾ ਨਹੀਂ। ਜਿਹੜੀ ਕਮਾਈ ਕਰ ਲਈ ਉਹ ਕਿਤੇ ਵੀ ਨਹੀਂ ਜਾਏਗੀ, ਤੁਹਾਡੀ ਕਮਾਈ ਉਹ ਜਾ ਹੀ ਨਹੀਂ ਸਕਦੀ, ਉਹ ਤੁਹਾਡੀ ਹੋ ਗਈ। ਇਹ ਧਨ ਅਖੁੱਟ, ਨਾ ਨਿਖੁੱਟੈ ਨਾ ਜਾਏ। ਹੁਣ ਕਿਹੜਾ ਧਨ ਹੈ, ਕੀ ਧਨ ਹੈਗਾ, ਇਹ ਕਿਵੇਂ ਮਿਲਦਾ ਹੈ ਧਨ, ਔਰ ਇਹ ਧਨ ਕਿਉਂ ਚਾਹੀਦਾ ਹੈ? ਇਸ ਧਨ ਦੇ ਵਾਸਤੇ ਹੀ ਆਪਾਂ ਦੁਨੀਆ ਦੇ ਵਿੱਚ ਆਏ ਹਾਂ। ਆਪਣੇ ਕੋਲ ਸਰੀਰ ਹੈਗਾ, ਸਵਾਸ ਹੈਗੇ, ਇਹ ਸੁਰਤ ਹੈਗੀ, ਇਹ ਸਾਰਾ ਕੰਬੀਨੇਸ਼ਨ ਜੋ ਵੀ ਆਪਣੇ ਅੰਦਰ ਹੈਗਾ, ਇਹ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, 5 ਪ੍ਰਾਣ, ਇਹ ਸਾਰਾ ਜੋ ਵੀ ਆਪਣੇ ਕੋਲ ਰਚਨਾ ਹੈਗੀ ਆ, ਸੁਰਤ ਮਤ ਮਨ ਬੁੱਧ, ਇਸ ਧਨ ਦੇ ਵਾਸਤੇ ਹੈਗੀ। ਇਹ ਧਨ ਜਿਹੜਾ ਹੈਗਾ ਇਹ ਮਿਲਦਾ ਆ ਸਵਾਸਾਂ ਦੇ ਬਦਲੇ।
ਔਰ ਇਹ ਤਨ ਜਿਹੜਾ ਹੈਗਾ, ਇਹਦੇ ਬਗੈਰ ਜਿਹੜਾ ਹੈਗਾ ਉਹ ਅੰਮ੍ਰਿਤ ਜਲ ਨਹੀਂ ਮਿਲਣਾ। ਇਸ ਧਨ ਤੋਂ ਬਗੈਰ ਅੰਮ੍ਰਿਤ ਜਲ ਨਹੀਂ ਮਿਲਣਾ। ਆਹ ਧਨ ਆਪਾਂ ਨੇ ਇਕੱਠਾ ਕਰਨਾ। ਇਹ ਧਨ ਇਕੱਠਾ ਹੁੰਦਾ ਜਦ ਆਪਾਂ ਵਿਚਾਰ ਸ਼ੂਨਯ ਹੁੰਦੇ ਹਾਂ, ਜਦ ਆਪਾਂ ਧਿਆਨ ਦੇ ਵਿੱਚ ਬੈਠਦੇ ਹਾਂ, ਉਦੋਂ ਇਹ ਧਨ ਇਕੱਠਾ ਹੁੰਦਾ ਹੈ। ਜਿੰਨੀ ਦੇਰ ਵੀ ਜਿਹੜਾ ਹੈ, ਭਾਵੇਂ 1 ਸੈਕਿੰਡ 2 ਸੈਕਿੰਡ 5 ਸੈਕਿੰਡ 10 ਸੈਕਿੰਡ, ਜਿੰਨੀ ਦੇਰ ਵੀ ਵਿਚਾਰ ਸ਼ੂਨਯ ਹੋਵਾਂਗੇ ਤੇ ਇਹ ਧਨ ਇਕੱਠਾ ਹੋਏਗਾ। ਉਹ ਧਨ ਆ ਜਾਏਗਾ, ਆਪਾਂ ਨੂੰ ਨਹੀਂ ਪਤਾ, ਉਹ ਧਨ ਆ ਹੀ ਜਾਏਗਾ ਔਰ ਆਪਾਂ ਜਿਹੜੇ ਪਵਿੱਤਰ ਹੋਈ ਜਾਵਾਂਗੇ। ਮੈਲ ਵੀ ਜਾਈ ਜਾਊਗੀ, ਧਨ ਵੀ ਆਈ ਜਾਊਗਾ ਔਰ ਜਿਹੜਾ ਹੈਗਾ ਆਪਾਂ ਧਨਵਾਨ ਹੋਈ ਜਾਵਾਂਗੇ। ਔਰ ਇੱਕ ਪਰਟੀਕੂਲਰ ਜਿਹੜਾ ਹੈਗਾ, ਜਿਹੜੀ ਉਸ ਦੀ ਲਿਮਿਟ ਜਦ ਪੂਰੀ ਹੋ ਗਈ ਤੇ ਉਹ ਅੰਮ੍ਰਿਤ ਜਲ ਆ ਜਾਏਗਾ ਆਟੋਮੈਟਿਕਲੀ। ਉਹਦੀ ਰਿਕੁਆਇਰਮੈਂਟ ਪੂਰੀ ਹੋ ਗਈ। ਇਸ ਤਰ੍ਹਾਂ ਉਹ ਅੰਮ੍ਰਿਤ ਜਲ ਮਿਲਦਾ ਹੈ। ਪਾਤਰਤਾ ਹਾਂਜੀ ਆਇਆ। ਪੱਲੇ ਬੰਨਣ ਵਾਲਾ ਧਨ ਹੈ। ਹਾਂਜੀ, ਪੱਲੇ ਬੰਨਣ ਵਾਲਾ ਧਨ ਹੈ। ਹਾਂ, ਇਹੀ ਧਨ ਹੈਗਾ। ਇਹਨੇ ਜਾਣਾ ਹੀ ਨਹੀਂ ਕਿਤੇ ਵੀ। ਔਰ ਇਹ ਮਿਲਦਾ ਹੈ ਭਾਈ ਅੰਦਰੋਂ, ਜਿਹੜੀ ਖਿੱਚ ਬਣ ਜਾਏ ਇਨਸਾਨ ਦੀ। ਬਸ ਆਪਾਂ ਜਿਹੜੇ ਹੈਗੇ ਬਾਹਰਲੇ ਧਨ ਦੇ ਉੱਤੇ ਜਿਹੜਾ ਹੈਗਾ 99.9, ਮੈਂ ਤਾਂ ਕਹਿੰਦਾ 100% ਬਾਹਰਲੇ ਧਨ ਦੇ ਉੱਤੇ ਲੱਗੇ ਹੋਏ। ਬਸ ਆਹ ਚੀਜ਼ ਹੈਗੀ ਆ ਭਾਈ। ਦਿਲੋਂ ਜੇ ਇਸ ਧਨ ਦੀ ਖਿੱਚ ਬਣ ਜਾਏ, ਬਸ ਖਿੱਚ ਬਣ ਜਾਏ ਦਿਲੋਂ, ਤੇ ਸ਼ਿਫਟ ਹੋ ਜਾਏਗਾ ਆਪਣਾ ਜਿਹੜਾ ਹੈਗਾ ਟਾਰਗੇਟ, ਸ਼ਿਫਟ ਹੋ ਜਾਏਗਾ। ਕੋਈ ਕਿਸੇ ਪਾਸਿਓਂ ਘਬਰਾਉਣ ਦੀ ਲੋੜ ਨਹੀਂ। ਕੋਈ ਵੀ ਇਨਸਾਨ ਜਿਹੜਾ ਹੈਗਾ ਜਿੰਨਾ ਮਰਜ਼ੀ ਜਿਹੜਾ ਹੈਗਾ ਉਸ ਮਾਇਆ ਦੇ ਵਿੱਚ ਗਲਤਾਨ ਹੈਗਾ, ਇੱਧਰ ਨੂੰ ਸ਼ਿਫਟ ਹੋ ਜਾਏਗਾ। ਜੇ ਉਹਦੇ ਅੰਦਰ ਮਾੜਾ ਜਿਹਾ ਵੀ ਗਿਆਨ ਆ ਗਿਆ ਬਈ ਆਹ ਧਨ ਲੈਣਾ ਚਾਹੀਦਾ, ਅਸਲੀ ਧਨ ਤਾਂ ਆਹ ਹੈਗਾ, ਜੇ ਆਹ ਗਿਆਨ ਆ ਜਾਏ, ਜੇ ਇਸ ਚੀਜ਼ ਨੂੰ ਪਰਖ ਆ ਜਾਏ, ਆਹ ਜਿਹੜੀ ਗੁਰਬਾਣੀ ਜਿਹੜੀ ਹੈਗੀ ਤੀਸਰੀ ਪਾਤਸ਼ਾਹੀ ਜਿਹੜੀ ਤੇ ਦੱਸ ਰਹੇ ਆ। ਔਰ ਇਹਦੇ ਵਾਸਤੇ ਦੇਖ ਲਓ ਸ਼ਬਦ ਜਿਹੜਾ ਹੈਗਾ ਬਾਰ-ਬਾਰ ਬਾਣੀ ਸ਼ਬਦ ਕਰੇਗੀ, ਬਾਰ-ਬਾਰ ਬਾਣੀ। ਔਰ ਜਿਹੜੀ ਹੈਗੀ ਆ ਇਹ ਗੁਰਬਾਣੀ ਸਾਰੀ ਸ਼ਬਦ ਹੈਗੀ, ਇਹ ਵੀ ਸ਼ਬਦ ਹੈਗੇ। ਇੱਕ ਉਹ ਜਿਹੜੇ ਅਨਹਤ ਸ਼ਬਦ ਵੱਜਦੇ ਆ, ਉਹ ਵੀ ਸ਼ਬਦ ਹੈਗੇ। ਉਹ ਧਨ ਦੇ ਨਾਲ ਧਨ ਨੂੰ ਲੁਭਾਉਣ ਵਾਸਤੇ ਸਹਾਇਕ ਹੈਗੇ। ਉਹ ਧਨ ਨੂੰ ਕਨਵਰਸ਼ਨ ਕਰਨ ਵਾਸਤੇ ਸਹਾਇਕ ਹੈਗੇ। ਆਹ ਚੀਜ਼ਾਂ ਬਿਲਕੁਲ ਦੇਖੋ ਕ੍ਰਿਸਟਲ ਕਲੀਅਰ ਆ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਨੂੰ ਜੇ ਨਹੀਂ ਕਲੈਰਿਟੀ ਹੋਏਗੀ ਤੇ ਆਪਾਂ ਨਹੀਂ ਚੱਲ ਪਾਵਾਂਗੇ। ਇਹਦੇ ਵਿੱਚ ਡੈਫੀਨੇਸ਼ਨਾਂ ਹੈਗੀਆਂ, ਆਹ ਡੈਫੀਨੇਸ਼ਨਾਂ ਕਲੀਅਰ ਹੋਣੀਆਂ ਚਾਹੀਦੀਆਂ ਭਾਈ। ਮੇਰੇ ਕੋਲ ਕੀ ਹੈਗਾ ਜਿਹਦੇ ਨਾਲ ਮੈਂ ਇਹ ਧਨ ਲੈਣਾ ਹੈ, ਔਰ ਨਹੀਂ ਇਹ ਧਨ ਲੈ ਰਿਹਾ ਤੇ ਮੈਂ ਦੂਜਾ ਧਨ ਲੈ ਰਿਹਾ, ਤੇ ਉਹ ਕੀ ਕਿੱਥੇ ਤੱਕ ਮੇਰੇ ਨਾਲ ਕੀ ਉਹਦੇ ਨਾਲ ਫਾਇਦਾ ਹੁੰਦਾ। ਉਹ ਧਨ ਜਿਹੜਾ ਹੈਗਾ ਮੈਂ ਜਿੰਨਾ ਕੁ ਯੂਜ਼ ਕਰ ਲਿਆ ਹੋ ਗਿਆ, ਬਾਕੀ ਸਾਰਾ ਦਾ ਇੱਥੇ ਰਹਿ ਗਿਆ, ਨਾਲ ਕੋਈ ਜਾਂਦਾ ਨਹੀਂ ਹੈ। ਬਾਕੀ ਸਾਰਾ ਤਾਂ ਔਰ ਯੂਜ਼ ਕਿੰਨਾ ਕਰਦੇ, 1% 2% 5% ਯੂਜ਼ ਕਰ ਲਾਂਗੇ ਵੱਧ ਤੋਂ ਵੱਧ। ਆਪਾਂ ਤਾਂ ਇਕੱਠਾ ਕਰਨ 'ਚ ਹੀ ਉਮਰ ਲੰਘ ਜਾਂਦੀ ਹੈ ਆਪਣੀ। ਐਸੀ ਗੇਮ ਪਾਈ ਹੋਈ ਹੈ ਮਾਲਕ ਪਰਮਾਤਮਾ ਨੇ। ਬਾਅਦ 'ਚ ਤਾਂ ਆਪਾਂ ਨੇ ਤਾਂ ਅੱਖਾਂ ਅੱਡੀਆਂ ਰਹਿ ਜਾਣੀਆਂ ਵੀ ਮੇਰਾ ਤਾਂ ਚਲਾ ਗਿਆ, ਕਾਰਵਾਈ ਹੋ ਗਈ ਮੇਰੀ। ਮੇਰਾ ਤਾਂ ਮੇਰੇ ਕੋਲ ਤਾਂ ਜਿਹੜੇ ਧਨ ਦੇ ਨਾਲ, ਜਿਹੜੇ ਸਵਾਸਾਂ ਦੇ ਨਾਲ ਮੈਂ ਵਿਆਜਣਾ ਸੀ, ਉਹ ਤਾਂ ਗਾਇਬ ਹੋ ਗਏ, ਖਤਮ ਹੋ ਗਏ। ਜੇ ਆਪਾਂ ਸੋਚਾਂਗੇ ਨਾ ਆਪਾਂ ਬੁੱਢੇ ਹੋ ਕੇ ਲੈ ਲਾਂਗੇ ਜਾਂ ਹੋਰ ਜਿਹੜਾ ਬਾਅਦ 'ਚ ਲੈ ਲਾਂਗੇ, ਤੇ ਪਤਾ ਹੀ ਨਹੀਂ ਹੋਣਾ ਬੁੱਢੇ ਹੋਣਾ ਹੈ ਕਿ ਨਹੀਂ ਹੋਣਾ। ਇਹ ਵੀ ਨਹੀਂ ਪਤਾ ਹੋਣਾ। 29 ਸਾਲ ਦੀ ਉਮਰ 'ਚ ਤਾਂ ਹਾਰਟ ਅਟੈਕ ਆ ਜਾਂਦੇ ਆ। ਮੇਰੇ ਬੱਚੇ ਨੂੰ ਹਾਰਟ ਅਟੈਕ 29 ਸਾਲ ਦੀ ਉਮਰ 'ਚ ਆਇਆ, ਪਹਿਲਾ ਹਾਰਟ ਅਟੈਕ। ਦੂਜਾ 39 'ਚ ਆ ਗਿਆ। ਇਹ ਜਿਹੜਾ ਹੈਗਾ ਬਹੁਤ 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 ਜਿਹੜਾ ਹੈ ਨਾ, ਬਿਲਕੁਲ ਸਮਝ ਲਓ 1 ਸੈਕਿੰਡ ਵੀ ਆਪਾਂ ਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ। ਔਰ ਜਿਸਲੇ ਭਾਜੀ ਰੋਗ ਲੱਗ ਜਾਂਦੇ ਆ ਸਰੀਰ ਨੂੰ, ਉਸ ਲਈ ਤਾਂ ਬਿਲਕੁਲ ਨਹੀਂ, ਕਿਉਂਕਿ ਸਰੀਰ ਦੇ ਰੋਗ ਜਿਹੜੇ ਉਹ ਵੀ ਨਹੀਂ ਨਾਮ ਜਪਣ ਦਿੰਦੇ ਬੰਦੇ। ਬਿਲਕੁਲ ਸਹੀ ਗੱਲ ਹੈ। ਆਪਣ ਦੇਖ ਲਓ, ਆਪਣੇ ਸਾਹਮਣੇ ਹੈਗੇ, ਆਪਣੇ ਜਿਹੜੇ ਹੈਗੇ ਕਿਵੇਂ ਜਿਹੜੇ ਹੈਗੇ ਬਿਲਕ ਰਹੇ, ਆਪਣੇ ਅੱਖਾਂ ਦੇ ਸਾਹਮਣੇ ਨਜ਼ਰ ਆਉਣਗੇ ਤੁਹਾਨੂੰ। ਅੱਖਾਂ ਖੁੱਲੀਆਂ ਰੱਖਾਂਗੇ ਤੇ। ਹਾਂਜੀ, ਬਿੱਲ ਲਾਉਂਦੇ ਆ ਜੀ। ਹਾਂ, ਦੁੱਖ ਦੇ ਵਿੱਚ ਬਿੱਲ ਲਾਉਂਦੇ ਆ ਔਰ ਕਹਿੰਦੇ ਆ ਕਿ ਮੇਰੇ ਕੋਲ ਨਾਂ ਨਹੀਂ ਲਿਆ ਜਾਂਦਾ, ਬੈਠਿਆ ਨਹੀਂ ਜਾਂਦਾ। ਬਿਲਕੁਲ। ਔਰ ਫਿਰ ਰੋਂਦਾ ਬੰਦਾ, ਪਛਤਾਉਂਦਾ ਕਿ ਮੈਂ ਕਿਉਂ ਨਹੀਂ ਲਿਆ ਟਾਈਮ। ਬਿਲਕੁਲ ਸਹੀ ਗੱਲ ਆ। ਇਹ ਤਨ ਅਖੁੱਟ ਨਾ ਨਿਖੁੱਟੈ ਨਾ ਜਾਏ। ਕਹਿੰਦੇ ਐਸਾ ਧਨ ਆ ਭਾਈ, ਆਹ ਧਨ ਵਿਹਾਜ ਅਖੁੱਟ ਹੈਗਾ, ਨਿਖੁੱਟਦਾ ਨਹੀਂ ਹੈ, ਕਿਤੇ ਜਾਂਦਾ ਨਹੀਂ ਹੈ। ਨਾ ਜਾਏ, ਪੂਰੇ ਸਤਿਗੁਰੇ ਦਿਆ ਦਿਖਾਏ।
ਕਹਿੰਦੇ ਪੂਰਾ ਸਤਿਗੁਰੂ ਇਹ ਧਨ ਦੇ ਬਾਰੇ ਜਿਹੜਾ ਹੈਗਾ ਦਿਖਾਉਂਦਾ ਹੈ ਭਾਈ, ਦਿਖਾ ਸਕਦਾ ਹੈ ਪਰ ਦੇ ਨਹੀਂ ਸਕਦਾ। ਨਹੀਂ ਤਾਂ ਇਹ ਕਹਿੰਦੇ ਨੇ ਪੂਰੇ ਸਤਿਗੁਰੂ ਨੇ ਦੇ ਦਿੱਤਾ, ਮੈਨੂੰ ਦਿਖਾ ਦਿੱਤਾ ਭਾਈ। ਪੂਰੇ ਸਤਿਗੁਰੂ ਨੇ ਮਿਲਣਾ ਪੂਰੇ ਸਤਿਗੁਰੂ ਦੇ ਥਰੂ ਹੈਗਾ। ਇਹ ਤਾਂ ਨਾ ਖੁੱਟ ਨਾ ਨਿਖੁੱਟੇ ਨਾ ਜਾਏ, पूरे सतगुर दिया दिखाए, अपने सतगुर को सद बल जाई। मैं तो हमेशा बलिहार जाना है अपने सतगुरु नूं, मेरियां अखां खोलतियां, नहीं तो मेरा जन्म वेस्ट हो जाना सीगा। गुर किरपा ते हर मन वसाई, आया गुरु दी किरपा। कहते नाल नाल धन इकट्ठा हो रहा, नाल नाल मालक परमात्मा जिहड़ा मन दे विच वसी जा रहा। कहते देख लो किन्ना, नाले पुन्न नाले फलियां। अपने सतगुर को सद बल जाई, गुर किरपा ते हर मन वसाई। से धनवंत हर नाम लिव लाए। आ लो धनवान होने शुरू हो जाते पाए, ਜਿਹੜੇ नाम ਦੇ ਨਾਲ ਲਿਵ ਲਗਾਉਂਦੇ ਆ, ਜਿਹੜੇ ਧਿਆਨ ਸਿਮਰਨ ਕਰਦੇ ਆ ਉਹ ਧਨਵੰਤ ਹੋਈ ਜਾਂਦੇ ਆ। ਸੇ ਧਨਵੰਤ ਹਰ ਨਾਮ ਲਿਵ ਲਾਏ, ਪੂਰੇ ਗੁਰੇ ਪੂਰੇ ਹਰ ਧਨ ਪ੍ਰਗਾਸਿਆ, ਹਰ ਕਿਰਪਾ ਤੇ ਵਸੈ ਮਨੇ ਆਏ ਰਹਾਓ। ਕਹਿੰਦੇ ਪੂਰੇ ਗੁਰੂ ਨੇ ਪ੍ਰਗਾਸ ਕਰਤਾ ਮੇਰੇ ਅੰਦਰ, ਇਹ ਧਨ ਦੇ ਬਾਰੇ ਗਿਆਨ ਦੇ ਦਿੱਤਾ ਪੂਰੇ ਗੁਰੂ ਨੇ। ਆ ਪੂਰਾ ਗੁਰੂ ਕੀ ਕਰ ਰਿਹਾ ਹੈ? ਗਿਆਨ ਦੇ ਰਿਹਾ ਆਪਾਂ ਨੂੰ ਭਾਈ। ਆ ਧਾਨਿਆ ਗੁਰੇ ਪੂਰੇ ਹਰ ਧਨ ਪ੍ਰਗਾਸਿਆ, ਹਰ ਕਿਰਪਾ ਤੇ ਵਸੇ ਮਨੇ ਆਏ। ਪਰਮਾਤਮਾ ਦੀ ਕਿਰਪਾ, ਹਰ ਕਿਰਪਾ ਤੇ ਵਸੇ ਮਨੇ ਆਏ। ਇਹ ਧਨ ਜਿਹੜਾ ਹੈਗਾ ਉਹ ਤਾਂ ਪਰਮਾਤਮਾ ਦੀ ਕਿਰਪਾ ਤੇ ਵਸਦਾ ਹੈ ਮਨ ਚ ਆ ਕੇ, ਪਰ ਪਰਮਾਤਮਾ ਜਿਹੜਾ ਹਰ ਕਿਰਪਾ ਤੇ ਵਸੇ ਮਨ ਆਏ, ਪਰਮਾਤਮਾ ਵੀ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ ਮਨ ਦੇ ਵਿੱਚ ਆ ਕੇ ਵਸ ਜਾਂਦਾ ਹੈ ਭਾਈ, ਉਹਦੀ ਕਿਰਪਾ ਦੇ ਨਾਲ। ਹਰ ਕਿਰਪਾ ਤੇ ਵਸੇ ਮਨ ਆਏ, ਪਰਮਾਤਮਾ ਕਿਰਪਾ ਕਰ ਦਿੰਦਾ ਤੇ ਮਨ ਚ ਵਸ ਜਾਂਦਾ ਹੈ। ਔਰ ਜੇ ਆਪਾਂ ਇਹ ਧਨ ਦੇ ਬਾਰੇ ਜਿਹੜਾ ਹੈਗਾ, ਇਹ ਗਿਆਨ ਜਿਹੜਾ ਹੈਗਾ, ਇਹ ਗੁਰੂ ਦੀ ਮੱਤ ਜਿਹੜੀ ਹੈਗੀ ਆ, ਇਹ ਵੀ ਉਹਦੀ ਮਾਲਕ ਦੀ ਕਿਰਪਾ ਦੇ ਨਾਲ ਹੀ ਕਿਸੇ ਦੇ ਮਨ ਦੇ ਵਿੱਚ ਵਸ ਜਾਂਦੀ ਹੈ ਭਾਈ। ਬਈ ਆਹ ਧਨ ਵੀ ਆਜਣਾ ਹੈ, ਅਸਲੀ ਧਨ ਆ ਹੈਗਾ। ਫਿਰ ਇਹਦੇ ਨਾਲ ਕੀ ਹੁੰਦਾ? ਜਦ ਧਿਆਨ ਸਿਮਰਨ ਸ਼ੁਰੂ ਕਰਦਾ ਇਨਸਾਨ, ਰਹਾਓ। ਇਸ ਤੋਂ ਬਾਅਦ ਹੁਣ ਜਿਹੜਾ ਅੱਗੇ ਦੱਸ ਰਹੇ ਮਹਾਰਾਜ ਬਈਏ, ਹੁਣ ਕੀ ਹੋਏਗਾ ਤੇਰੇ ਅੰਦਰ, ਕੀ ਕੀ ਚੇਂਜਸ ਆਉਣਗੇ ਤੇਰੇ ਅੰਦਰ। ਅਵਗੁਣ ਕਾਟ ਗੁਣ ਹਿਰਦੈ ਸਮਾਏ। ਕਹਿੰਦੇ ਦੇਖ ਤੇਰੇ ਅਵਗੁਣ ਜਾਣੇ ਸ਼ੁਰੂ ਹੋ ਜਾਣਗੇ, ਅਵਗੁਣ ਕੱਟਣੇ ਸ਼ੁਰੂ ਹੋ ਜਾਣਗੇ ਤੇਰੇ, ਤੇ ਗੁਣ ਜਿਹੜੇ ਹਿਰਦੇ 'ਚ ਆ ਜਾਣਗੇ, ਤੇਰੇ ਅੰਦਰ ਗੁਣ ਆ ਜਾਣਗੇ, ਤੂੰ ਗੁਣਵਾਨ ਹੋ ਜਾਏਗਾ। ਅਵਗੁਣ ਕਾਟ ਗੁਣ ਹਿਰਦੈ ਸਮਾਏ। ਦੇਖ ਲਓ ਪ੍ਰੈਕਟੀਕਲ ਦਾ ਲਾਭ ਆ ਲਾਭ ਆ। ਆਇਆ ਭਗਤੀ ਪੂਰੇ ਗੁਰ ਕੈ ਸਹਿਜ ਸੁਭਾਏ। ਕਹਿੰਦੇ ਪੂਰੇ ਗੁਰੂ ਦੇ ਅਨੁਸਾਰ ਚੱਲੇਗਾ ਤੇ ਸਹਿਜ ਦੇ ਵਿੱਚ ਆ ਜਾਏਗਾ ਔਰ ਪਿਆਰ ਪੈਦਾ ਹੋ ਜਾਏਗਾ। ਪੂਰੇ ਗੁਰੂ ਨਾਲ ਪਿਆਰ ਪੈਦਾ ਕਰ ਲੇਗਾ ਤੇ ਪਿਆਰ ਪਾ ਲੇਗਾ ਤੇ ਪੂਰੇ ਗੁਰ ਕੈ ਸਹਿਜ ਸੁਭਾਏ। ਸਹਿਜ ਸੁਭਾਈ, ਗੁਰੂ ਨਾਲ ਪਿਆਰ ਪਾ ਲਾ, ਆ ਗੁਰਬਾਣੀ ਨਾਲ, ਗੁਰੂ ਦੀ ਮੱਤ ਨਾਲ ਪਿਆਰ ਪਾ ਲਾ, ਇਹਦੇ ਅਨੁਸਾਰ ਚੱਲ ਪਾ ਤੇ ਸਹਿਜ ਸੁਭਾਈ ਜਿਹੜਾ ਹੈਗਾ, ਅਵਗੁਣ ਤੇਰੇ ਕੱਟਣੇ ਸ਼ੁਰੂ ਹੋ ਜਾਣਗੇ, ਗੁਣ ਇਕੱਠੇ ਹੋਣੇ ਸ਼ੁਰੂ ਹੋ ਜਾਣਗੇ। ਪੂਰੇ ਗੁਰ ਕੀ ਸਾਚੀ ਬਾਣੀ, ਪੂਰੇ ਗੁਰੂ ਦੀ ਇਹ ਸੱਚੀ ਬਾਣੀ ਹੈ ਭਾਈ, ਇਹਨੇ ਸੱਚਾ ਬਣਾ ਦੇਣਾ ਹੈ ਤੈਨੂੰ। ਆਇਆ ਗੁਰੂ ਦੀ ਮੱਤ ਲੈ ਲਾ ਔਰ ਐਕਸ਼ਨ ਸ਼ੁਰੂ ਕਰ ਦੇ, ਨਾਮ ਤਨ ਵਿਆਜਣਾ ਸ਼ੁਰੂ ਕਰ ਦੇ, ਧਿਆਨ ਸਿਮਰਨ ਸ਼ੁਰੂ ਕਰ ਦੇ। ਪੂਰੇ ਗੁਰ ਕੀ ਸਾਚੀ ਬਾਣੀ, ਸੁਖ ਮਨ ਅੰਤਰ ਸਹਿਜ ਸਮਾਣੀ। मन सुखी हो जाएगा, तेरे अंदर सुख आ जाएगा, सहज अवस्था आ जाएगी, समा जाएगा सहज दे विच तेरी सुरत। एक अचरज दन देखो भाई। कहते दूसरी चीज़ एक होर आ गई भाई, एक हैरानी वाली गल होर हो गई। महाराज कहते हैं होर भी आउटपुट आ गई। दुबदा मार हर मन वसाए। ਕਹਿੰਦੇ ਦੁਬਦਾ ਵੀ ਮਰ ਜਾਂਦੀ ਇਹਦੇ ਨਾਲ ਔਰ ਮਨ ਪਰਮਾਤਮਾ ਮਨ ਦੇ ਵਿੱਚ ਵਸ ਜਾਂਦਾ ਹੈ। ਸਾਰਿਆਂ ਦੇ ਵਿੱਚ ਪਰਮਾਤਮਾ ਨਜ਼ਰ ਆਉਂਦਾ ਹੈ, ਕਿਸੇ ਨਾਲ ਵਿਤਕਰਾ ਨਹੀਂ ਕਰਦਾ ਇਨਸਾਨ, ਹਰੇਕ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਅਚਰਜ ਹੋ ਗਿਆ ਭਾਈ, ਬਾਈ ਪ੍ਰੋਡਕਟ। ਇੱਕ ਅਚਰਜ ਦਨ ਦੇਖੋ ਭਾਈ,
ਦੁਬਦਾ ਮਾਰ ਹਰ ਮਨ ਨ ਵਸਾਈ। ਨਾਮ ਅਮੋਲਕ ਨਾ ਪਾਇਆ ਜਾਏ। ਕਹਿੰਦੇ ਅਮੋਲਕ ਹੈ, ਬਹੁਤ ਅਮੋਲਕ ਹੈ, ਹੋਰ ਕਿਸੇ ਤਰੀਕੇ ਦੇ ਨਾਲ ਨਹੀਂ ਪਾਇਆ ਜਾਣਾ ਪਾਏ। ਨਾਮ ਅਮੋਲਕ ਨਾ ਪਾਇਆ ਜਾਏ। ਗੁਰ ਪ੍ਰਸਾਦ ਵਸੈ ਮਨ ਆਏ। ਗੁਰੂ ਦੇ ਪ੍ਰਸਾਦ ਦੇ ਨਾਲ ਮਨ ਦੇ ਵਿੱਚ ਆਟੋਮੈਟਿਕਲੀ ਆ ਕੇ ਵਸ ਜਾਂਦਾ ਹੈ। ਇਹ ਨਾਮ ਧਨ ਵੀ ਆ ਜਾਂਦਾ ਹੈ। ਇਹ ਸਾਰੀ ਪ੍ਰੋਸੈਸ ਹੋ ਜਾਂਦੀ ਹੈ। ਸਭ ਮੈਂ ਵਸੈ ਪ੍ਰਭ ਏਕੋ ਸੋਏ। ਉਹ ਮਾਲਕ ਪਰਮਾਤਮਾ ਇੱਕੋ ਹੀ ਹੈਗਾ, ਸਾਰਿਆਂ ਦੇ ਵਿੱਚ ਉਹੀ ਹੈਗਾ, ਵਸ ਰਿਹਾ ਸਾਰਿਆਂ ਦੇ ਵਿੱਚ, ਪਰ ਗੁਪਤ ਹੈਗਾ। ਸਾਰਿਆਂ ਦੇ ਵਿੱਚ ਵਸ ਰਿਹਾ ਪਰ ਗੁਪਤ ਹੈਗਾ। ਸਭ ਮੈਂ ਵਸੈ ਪ੍ਰਭ ਏਕੋ ਸੋਏ। ਗੁਰਮਤੀ ਘਟ ਪ੍ਰਗਟ ਹੋਏ। ਆਪਾਂ ਕੀ ਕਰ ਰਹੇ ਹਾਂ? ਆ ਜਿਹੜੀ 1430 ਅੰਗ ਹੈਗੇ ਕੀ ਹੈ? ਗੁਰਮਤ ਹੈਗੀ, ਗੁਰੂ ਦੀ ਮੱਤ ਹੈਗੀ ਭਾਈ। ਇਹਦੇ ਨਾਲ ਆਪਣੇ ਘਟ ਦੇ ਵਿੱਚ ਪ੍ਰਗਟ ਹੋ ਜਾਏਗਾ ਉਹ ਮਾਲਕ ਪਰਮਾਤਮਾ ਜਿਹੜਾ ਵਸ ਰਿਹਾ ਅੰਦਰ। ਨਹੀਂ ਪਤਾ ਆਪਣੀ ਆਤਮਾ ਦਾ, ਆਪਾਂ ਨੂੰ ਗਿਆਨ ਹੀ ਨਹੀਂ ਹੈ। ਦੱਸ ਦਿਓ ਵੀ ਆਤਮਾ ਕਿੱਥੇ ਹੈਗੀ, ਕੀ ਹੈ ਆਤਮਾ, ਕਿਹਨੂੰ ਕਹਿੰਦੇ ਆਤਮਾ ਹੈ? ਕੋਈ ਆਪਾਂ ਨੂੰ ਪਤਾ? ਮਹਿਸੂਸ ਜ਼ਰੂਰ ਕਰ ਰਹੇ ਹਾਂ ਪਰ ਪਤਾ ਹੈ ਨਹੀਂਗਾ। ਸਭ ਮੈਂ ਵਸੈ ਪ੍ਰਭ ਏਕੋ ਸੋਏ। ਗੁਰਮਤੀ ਘਟੇ ਪ੍ਰਗਟ ਹੋਏ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ। ਆਇਆ ਧਿਆਨ ਸਿਮਰਨ ਆਇਆ ਪਾਏ। ਸਹਿਜ ਸਹਿਜ ਦੇ ਨਾਲ ਸਹਿਜ ਅਵਸਥਾ ਆ ਜਾਣੀ ਆ, ਵਿਚਾਰ ਬੰਦ ਹੋਈ ਜਾਣੇ ਆ, ਨਾਮ ਧਨ ਵਿਆਜੀ ਜੇ ਇਕੱਠਾ ਹੋ ਜਾਣਾ ਹੈ। ਜਿਨ੍ਹਾਂ ਨੇ ਵੀ ਉਸ ਮਾਲਕ ਨੂੰ ਜਾਣ ਲਿਆ, ਪਛਾਣ ਲਿਆ, ਨਾਨਕ ਨਾਮ ਮਿਲੈ ਮਨ ਮਾਨਿਆ। ਨਾਮ ਨੇ ਮਿਲ ਜਾਣਾ ਹੈ, ਅੰਮ੍ਰਿਤ ਆ ਜਾਣਾ ਹੈ, ਅਮਰ ਹੋ ਜਾਣਾ ਹੈ, ਮਨ ਨੇ ਮੰਨ ਜਾਣਾ ਹੈ। ਸਹਿਜੇ ਜਿਨ ਪ੍ਰਭ ਜਾਣ ਪਛਾਣਿਆ। ਨਾਨਕ ਨਾਮ ਮਿਲੈ ਮਨ ਮਾਨਿਆ। ਕਮਾਲ ਕੀਤੀ ਪਈ ਹੈ ਜੀ, ਕਮਾਲ ਕੀਤੀ ਪਈ ਹੈ ਤੀਸਰੀ ਪਾਤਸ਼ਾਹੀ ਨੇ। ਕੀ ਗਿਆਨ ਹੈ ਜੀ, ਕੀ ਗਿਆਨ ਹੈ। ਤਨਾਸਰੀ ਮਹਲਾ ਤੀਜਾ। ਹਰ ਨਾਮ ਧਨ ਨਿਰਮਲ ਅਤ ਅਪਾਰਾ। ਕਹਿੰਦੇ ਇਹਦਾ ਪਾਰਾਵਾਰੀ ਨਹੀਂ ਪਾਇਆ ਜਾ ਸਕਦਾ ਪਿਆਰਿਆ। ਇੰਨਾ ਕੀਮਤੀ ਆ ਔਰ ਇੰਨਾ ਨਿਰਮਲ ਆ, ਤੈਨੂੰ ਨਿਰਮਲ ਕਰ ਦੇਗਾ ਪਿਆਰਿਆ ਇਹ ਨਾਮ ਧਨ। ਤੂੰ ਧਿਆਨ ਸਿਮਰਨ ਕਰ ਤਾਂ ਸਹੀ ਪਿਆਰਿਆ, ਇਹਨੂੰ ਨਾਮ ਧਨ ਨੂੰ ਵਿਆਜ ਤਾਂ ਸਹੀ, ਵਿਆਜ ਤਾਂ ਸਹੀ ਪਿਆਰਿਆ। ਕਿਉਂ ਵੇਸਟ ਕਰ ਰਿਹਾ ਤੂੰ? ਦੇਖ ਤੇਰੇ ਪੱਲੇ ਕੀ ਹੈਗਾ। ਇੰਨੀ ਉਮਰ ਤੇਰੀ ਲੰਘੀ, ਤੇਰੇ ਪੱਲੇ ਕੀ ਹੈਗਾ ਪਿਆਰਿਆ? ਦੱਸ ਦੇ ਤੇਰੇ ਪੱਲੇ ਕਿਹੜਾ ਧਨ ਹੈਗਾ? ਤੂੰ ਦੱਸ ਕੀ ਆ ਤੇਰੇ ਕੋਲ? ਆ ਤਾਂ ਇੱਥੇ ਹੀ ਰਹਿ ਜਾਣਾ ਹੈ। ਜਿਹੜੀ ਤੂੰ ਕਮਾਈ ਕੀਤੀ ਹੋਈ, ਜਿਹੜਾ ਕੁਛ ਬੈਂਕ ਬੈਲੈਂਸ ਹੈ, ਜੋ ਤੇਰੀ ਪ੍ਰਾਪਰਟੀ ਹੈ, ਇੱਥੇ ਦੀ ਇੱਥੇ ਰਹਿ ਜਾਣੀ ਹੈ। ਉਹ ਤੂੰ ਬੁੱਢਾ ਤਾਂ ਹੋ ਜਾ, ਤੇਰੇ ਬੱਚਿਆਂ ਨੇ ਵੈਸੇ ਹੀ ਕਾਬੂ ਕਰ ਲੈਣੀ ਹੈ। ਤੂੰ ਹੋ ਤਾਂ ਸਹੀ, ਤੂੰ ਮਾੜਾ ਜਿਹਾ ਤੇਰੀ ਜਿਹੜੀ ਹੈਗੀ ਉਹ ਕੀ ਉਹਨੂੰ ਕਹਿੰਦੇ ਆ, ਤੇਰੀ ਤਾਕਤ ਥੋੜ੍ਹੀ ਘਟੇ ਤਾਂ ਸਹੀ। ਉਹਨਾਂ ਨੇ ਕਹਿਣਾ ਬਾਪੂ ਤੂੰ ਪਾਸੇ ਹੋ, ਤੈਨੂੰ ਨਹੀਂ ਕੁਛ ਆਉਂਦਾ, ਹੁਣ ਹਟ ਜਾ, ਛੱਡ ਦੇ ਇਹਨੂੰ, ਜੱਫੀ ਨਾ ਪਾ। ਤਨਾਸਰੀ ਮਹਲਾ ਤੀਜਾ। ਹਰ ਨਾਮ ਧਨ ਨਿਰਮਲ ਅਤ ਅਪਾਰਾ। ਜਿਨ੍ਹਾਂ ਦੇ ਵਾਸਤੇ ਜਿਹੜਾ ਆਪਾਂ ਖਿੱਚਦੇ ਆ ਨਾ ਗੱਡੀ ਨੂੰ, ਉਹ ਵੈਰ ਵਿਰੋਧੀ ਹੋ ਜਾਂਦੀ ਹੈ। ਜਾ ਕਾਰਨ ਸ਼ਰਮ ਕਰੇ ਤੇ ਵੈਰ ਵਿਰੋਧੀ। ਤਨਾਸਰੀ ਮਹਲਾ ਤੀਜਾ। ਹਰ ਨਾਮ ਧਨ ਨਿਰਮਲ ਅਤ ਅਪਾਰਾ। ਗੁਰ ਕੇ ਸ਼ਬਦ ਭਰੇ ਭੰਡਾਰਾ। ਗੁਰੂ ਦੇ ਸ਼ਬਦ ਦੇ ਦੁਆਰਾ ਭੰਡਾਰ ਹੀ ਭੰਡਾਰ ਭਰ ਜਾਂਦੇ ਆ ਭਾਈ, ਜਿੰਨਾ ਮਰਜ਼ੀ ਲੈ ਲਾ। ਹੁਣ ਇਹ ਸ਼ਬਦ ਫਿਰ ਜਿਹੜਾ ਹੈਗਾ ਆਪਾਂ ਫਸ ਜਾਣਾ ਇਹਦੇ ਵਿੱਚ। ਫਿਰ ਗੁਰਬਾਣੀ ਜਿਹੜੀ ਹੈ ਆਪਾਂ ਨੇ ਗੁਰਬਾਣੀ ਤਿਲਾਤਾ ਬਾਅਦ ਅਧੂਰਾ ਹੋ ਗਿਆ ਕੰਮ। ਇਹਦੇ ਬਾਅਦ ਜਿਹੜਾ ਹੈਗਾ ਧਿਆਨ ਸਿਮਰਨ, ਉਹ ਅਨੰਤ ਸ਼ਬਦ ਜਿਹੜੇ ਹੈਗੇ ਉਹ ਕਿੱਥੇ ਗਏ? ਜਿੱਥੇ ਵਿਚਾਰ ਬੰਦ ਹੋਣੇ ਆ ਉੱਥੇ ਜਿਹੜੇ ਆ ਭੰਡਾਰ ਭਰਨੇ। ਹਰਨਾਮ ਧਨ ਨਿਰਮਲ ਅਤ ਅਪਾਰਾ। ਗੁਰ ਕੇ ਸ਼ਬਦ ਭਰੇ ਭੰਡਾਰਾ। ਨਾਮ ਧਨ ਬਿਨ ਹੋਰ ਸਭ ਬਿਖ ਜਾਣ। ਲਓ ਦੇਖੋ ਕੀ ਕਹਿ ਰਹੇ ਗਿਆਨ, ਤੀਸਰੀ ਪਾਤਸ਼ਾਹੀ ਕਹਿ ਰਹੀ ਹੈ। ਇਹਦਾ ਮਤਲਬ ਇਹ ਆਪਾਂ ਬਿਖ ਨੂੰ ਇਕੱਠਾ ਕਰ ਰਹੇ ਹਾਂ, ਜ਼ਹਿਰ ਇਕੱਠਾ ਕਰ ਰਹੇ ਹਾਂ, ਆਪਾਂ ਜ਼ਹਿਰ ਖਾ ਰਹੇ ਹਾਂ। ਦੇਖ ਲਓ ਭਾਈ, ਨਾਮ ਧਨ ਬਿਨ ਹੋਰ ਸਭ ਬਿਖ ਜਾਣ। ਮਾਇਆ ਮੋਹ ਜਲੇ ਅਭਿਮਾਨ। ਆਇਆ ਮਾਇਆ, ਇਹਦਾ ਮੋਹ ਆ, ਇਹ ਤਾਂ ਸਾੜਾ ਹੈਗਾ, ਸੜ ਜਾਂਦਾ ਹੈ, ਉਮਰ ਸੜ ਜਾਂਦੀ ਹੈ ਆਪਣੀ, ਪੱਲੇ ਕੁਛ ਵੀ ਨਹੀਂ ਆਉਂਦਾ, ਕੱਖ ਵੀ ਨਹੀਂ ਲੈ ਕੇ ਜਾਂਦੇ ਨਾਲ। ਮਨੁੱਖੀ ਜੀਵਨ ਦਾ ਕੋਈ ਫਾਇਦਾ ਨਹੀਂ ਹੈ। ਨਾਮ ਧਨ ਬਿਨ ਹੋਰ ਸਭ ਬਿਖ ਜਾਣ।
ਮਾਇਆ ਮੋਹ ਜਲ ਹੈ ਅਭਿਮਾਨ। ਮਾਇਆ ਦਾ ਮੋਹ ਹੈਗਾ, ਇਹ ਚੋਗਾ ਪਾਇਆ ਮਾਲਕ ਨੇ, ਆਈ ਗੇਮ ਪਾਈ ਹੋਈ ਹੈ, ਔਰ ਸੜ ਜਾਂਦਾ ਕਹਿੰਦਾ। ਔਰ ਆਕੜ ਜ਼ਰੂਰ ਆ ਜਾਂਦੀ ਹੈ, ਹਉਮੈ ਜ਼ਰੂਰ ਵੱਧ ਜਾਂਦੀ ਹੈ, ਅਭਿਮਾਨ ਦੇ ਵਿੱਚ ਸੜਦਾ ਇਨਸਾਨ। ਗੁਰਮੁਖੇ ਹਰ ਰਸ ਚਾਖੇ ਕੋਏ, ਕੋਈ ਟਾਮਾ ਕਹਿੰਦੇ ਆ, ਉਸ ਅੰਮ੍ਰਿਤ ਤੱਕ ਪਹੁੰਚਦਾ ਹੈ ਭਾਈ। ਹਰ ਰਸ ਅੰਮ੍ਰਿਤ, ਜਿਹੜਾ ਅਮਰ ਕਰਨ ਵਾਲੀ, ਜਿਹੜਾ ਅਸਲੀ ਰਸ ਆ, ਅਸਲੀ ਸਵਾਦ ਆ, ਨਾਮ ਧਨ ਦੇ ਬਦਲੇ ਮਿਲਣਾ ਹੈ ਉਹਨੇ। ਇਹ ਬਿਲਕੁਲ ਕ੍ਰਿਸਟਲ ਕਲੀਅਰ ਕਰਦੀ ਆਪਾਂ। ਉਹਦੇ ਬਦਲੇ ਹਰ ਰਸ ਆਉਣਾ ਹੈ, ਅੰਮ੍ਰਿਤ ਆਉਣਾ ਹੈ। ਆ ਅਮਰ ਪਦਾਰਥ ਹੈ ਇਹਦੇ ਵਾਸਤੇ ਆਪਾਂ ਨੂੰ ਨਾਮ ਧਨ ਲੈਣਾ ਪਊਗਾ। ਇਹਦੀ ਕੀਮਤ ਹੈ ਨਾਮ ਧਨ। ਗੁਰਮੁਖੇ ਹਰ ਰਸ ਚਾਖੇ ਕੋਏ। ਇਹ ਉਹਦੀ ਕਰੰਸੀ ਹੈ, ਮਤਲਬ ਹਾਂ, ਜਿਹੜੀ ਚੱਲਣ ਵਾਲੀ ਕਰੰਸੀ ਹੈ। ਹਾਂ, ਗੁਰਮੁਖੇ ਹਰ ਰਸ ਚਾਖੇ ਕੋਏ, ਤੇ ਸਦਾ ਆਨੰਦ ਹੋਵੇ ਦਿਨ ਰਾਤੀ, ਪੂਰੇ ਭਾਗ ਪ੍ਰਾਪਤ ਹੋਏ ਰਹਾ। ਵਾਹ ਜੀ ਵਾਹ, ਦੇਖੋ ਕੀ ਕਹਿ ਰਿਹਾ ਮਹਾਰਾਜ। ਸਦਾ, ਹਮੇਸ਼ਾ ਵਾਸਤੇ ਖੁਸ਼ੀ, ਹਮੇਸ਼ਾ ਵਾਸਤੇ ਆਨੰਦ, ਦਿਨ ਰਾਤ। ਜੇ ਵਿਹਾਜਣ ਲੱਗ ਜਾਏਗਾ ਤੇ ਤੇਰੇ ਅੰਦਰ ਇਹਦੇ ਝਲਕਾਰੇ ਆਉਣੇ ਸ਼ੁਰੂ ਹੋ ਜਾਣਗੇ। ਇਹ ਥੋੜੀ ਨਾ ਕਿ ਇਹ ਜਿਹੜਾ ਹੈਗਾ ਇਹਨੂੰ ਮਿਲਣ ਦੇ ਨਾਲ ਹੀ ਖੁਸ਼ੀ ਆਉਣੀ। ਉਹ ਤਾਂ ਕਹਿੰਦਾ ਪਹਿਲੇ ਦਿਨ ਤੋਂ ਤੇਰੇ ਅੰਦਰ ਚੇਂਜਸ ਆਉਣੇ ਸ਼ੁਰੂ ਹੋ ਜਾਣਗੇ। ਤੂੰ ਪੋਜ਼ੀਟਿਵ ਸਾਇੰਸ ਪਹਿਲੇ ਦਿਨ ਤੋਂ ਆ ਜਾਣਗੇ। ਗੁਰਮੁਖੇ ਹਰ ਰਸ ਚਾਖੇ ਕੋਏ, ਤੇ ਸਦਾ ਆਨੰਦ ਹੋਵੇ ਦਿਨ ਰਾਤੀ, ਪੂਰੇ ਭਾਗ ਪ੍ਰਾਪਤ ਹੋਏ। ਆਇਆ ਪੂਰੇ ਭਾਗ ਪਾਏ, ਲੱਕੀ, ਪੂਰਾ ਲੱਕੀਐਸਟ, ਪੂਰੇ ਭਾਗ ਪ੍ਰਾਪਤ ਹੋਏ। ਪ੍ਰਾਪਤ ਹੋਣਾ ਹੈ ਭਾਈ, ਐਵੇਂ ਹੀ ਥੋੜੀ ਨਾ ਹੈ। ਇਹ ਜਿਹੜੇ ਹੈਗੇ ਖਾਲੀ ਜਿਹੜੇ ਹੈਗੇ ਜਿਹੜਾ ਹੈਗਾ ਕਥਾ ਕਹਾਣੀ ਚੱਲ ਰਹੀ ਹੈ ਭਾਈ। ਇਹ ਤਾਂ ਪ੍ਰੈਕਟੀਕਲ ਹੈ, ਪ੍ਰੈਕਟੀਕਲ। ਇਸ ਤੋਂ ਉੱਪਰ ਸੱਚਾਈ ਹੈ ਨਹੀਂ ਗੀ। ਆਹ ਸੱਚਾਈ ਹੈ, ਬਾਕੀ ਸਾਰਾ ਤਾਂ ਝੂਠ ਹੈ। ਗੁਰਮੁਖੇ ਹਰ ਰਸ ਚਾਖੇ ਕੋਏ, ਤੇ ਸਦਾ ਆਨੰਦ ਹੋਵੇ ਦਿਨ ਰਾਤੀ, ਪੂਰੇ ਭਾਗ ਪ੍ਰਾਪਤ ਹੋਏ। ਸ਼ਬਦ ਦੀਪਕ ਵਰਤੇ ਤਿਹ ਲੋਏ। ਸ਼ਬਦ ਦੀਪਕ ਵਰਤੇ ਤਿਹ ਲੋਏ, ਕਹਿੰਦੇ ਸ਼ਬਦ ਦਾ ਦੀਵਾ ਆ ਭਾਈ, ਗਿਆਨ ਦਾ ਦੀਵਾ ਹੈਗਾ। ਜੇ ਧਿਆਨ ਸਿਮਰਨ ਕਰ ਲਾ, ਤੇਰੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਏਗਾ। ਉਹਦੀ ਲੋ ਲੈ ਲਾ ਭਾਈ। ਸ਼ਬਦ ਦੀਪਕ ਹਰ ਜਗ੍ਹਾ ਤੇ ਹੈਗਾ। ਸ਼ਬਦ ਦੀਪਕ ਵਰਤੇ ਤਿਹ ਲੋਏ, ਹਰੇਕ ਦੇ ਅੰਦਰ ਹੈਗਾ। ਜਗਾ ਸਕਦਾ ਹੈ, ਹਰੇਕ ਜਗਾ ਸਕਦਾ। ਜਿਹਦੇ ਕੋਲ ਮਨੁੱਖ ਸਰੀਰ ਮਿਲੀ ਹੋਈ ਹੈ, ਆਹ ਦੀਵਾ ਜਗਾ ਸਕਦਾ ਹੈ। ਬੁਝਿਆ ਹੋਇਆ ਹੈ ਭਾਈ। ਜੋ ਚਾਖਾ ਸੋ ਨਿਰਮਲ ਹੋਏ। ਜਿਹੜਾ ਮਰਜੀ ਚੱਖ ਲੈ ਭਾਈ, ਜਿਹੜਾ ਮਰਜੀ ਜਗਾ ਲੈ। ਗੁਰੂ ਦੇ ਅਨੁਸਾਰ ਧਿਆਨ ਸਿਮਰਨ ਸ਼ੁਰੂ ਕਰ ਦੇ, ਦੀਵਾ ਜਗ ਜਾਏਗਾ ਔਰ ਨਿਰਮਲ ਹੋਣਾ ਸ਼ੁਰੂ ਹੋ ਜਾਏਗਾ। ਗਰੰਟੀ ਹੈਗੀ ਇਹਦੀ। ਸ਼ਬਦ ਗਰੰਟੀ ਦੇ ਰਿਹਾ, ਜੋ ਚਾਖੇ ਸੋ ਨਿਰਮਲ ਹੋਏ। ਨਿਰਮਲ ਨਾਮ ਹੈ ਹਉਮੈ ਮਲ ਤੋਏ। ਹਉਮੈ ਨੇ ਜਾਣਾ ਹੀ ਇਸ ਦੇ ਨਾਲ ਆ, ਧਿਆਨ ਸਿਮਰਨ ਦੇ ਨਾਲ। ਇਹ ਨਿਰਮਲ ਨਾਮ ਦੇ, ਨਿਰਮਲ ਸਾਬਣ ਦੇ ਨਾਲ। ਨਿਰਮਲ ਨਾਮ ਹੈ ਹਉਮੈ ਮਲ ਜਾਏ, ਸਾਚੀ ਭਗਤ ਸਦਾ ਸੁਖ ਹੋਏ। ਨਿਰਮਲ ਨਾਮ ਹਉਮੈ ਮਲ ਧੋਏ, ਸਾਚੀ ਭਗਤ ਸਦਾ ਸੁਖ ਹੋਏ। ਆਇਆ ਸੱਚੀ ਭਗਤੀ, ਸੱਚੇ ਦੀ ਭਗਤੀ, ਹਮੇਸ਼ਾ ਵਾਸਤੇ ਸੁਖੀ ਹੋ ਜਾਏਗਾ ਇਨਸਾਨ। ਜਿਹਨੇ ਹਰ ਰਸ ਚਾਖਿਆ ਸੋ ਹਰ ਜਨ ਲੋਭ। ਲਓ, ਜਿਹਨੂੰ ਅੰਮ੍ਰਿਤ ਦੀ ਬੂੰਦ ਮਿਲ ਗਈ, ਉਹ ਥੋੜੀ ਨਾ ਦੁਨੀਆ ਦੇ ਵਿੱਚ ਰਹਿ ਗਏ ਹੁਣ, ਬਸ ਹੋ ਗਏ ਮਾਲਕ ਦੇ ਜਨ। ਆਇਆ ਹਰ ਜਨ ਦੀ ਡੈਫੀਨੇਸ਼ਨ। ਹਰ ਜਨ ਕੈਸਾ चाहिए जैसा हर ही होए। जिन्हें हर रस चख लिया जिन्हें बस, सो हर जन लोग। ओ तिस सदा हरख ना ही कदे सोग। ਉਹਨੂੰ ਕਦੀ ਜਿਹੜਾ ਹੈਗਾ ਸੋਗ ਹੋ ਹੀ ਨਹੀਂ ਸਕਦਾ, ਦੁੱਖ ਹੋ ਹੀ ਨਹੀਂ ਸਕਦਾ। ਹਮੇਸ਼ਾ ਹਰਖ ਰਹੇਗਾ, ਖੁਸ਼ੀ ਰਹੇਗੀ, ਖੇੜਾ ਰਹੇਗਾ। ਜਿਹਨੇ ਦੇਖ ਲਓ, ਜਿਹਨੇ ਅੰਮ੍ਰਿਤ ਦੀ ਬੂੰਦ ਚੱਕ ਲਈ, ਉਹ ਤਾਂ ਜਾਨ ਦੇ ਦੇਗਾ। ਉਹਨੂੰ ਕੀ ਹੈ, ਉਹ ਤਾਂ ਉਹਦਾ ਤਾਂ ਕਹਿਣਾ ਹੀ ਕੀ ਹੈ ਜੀ। ਜਿਹਨੇ ਹਰ ਰਸ ਚਾਖਿਆ ਸੋ ਹਰ ਜਨ ਲੋਗ, ਤਿਸ ਸਦਾ ਹਰਖ ਨਾ ਹੀ ਕਦੇ ਸੋਗ। ਆਪ ਮੁਕਤ ਅਵਰਾ ਮੁਕਤ ਕਰਾਵੈ। ਮੁਕਤ ਹੋ ਗਿਆ ਭਾਈ,
ਦੂਜਿਆਂ ਨੂੰ ਮੁਕਤ ਕਰਾਊਗਾ, ਦੂਜਿਆਂ ਨੂੰ ਜਿਹੜਾ ਹੈਗਾ ਉਹ ਵੰਡੂਗਾ ਇਹ ਧਨ ਨੂੰ। ਇਹ ਇਸ ਤਰ੍ਹਾਂ ਲੈਣਾ ਹੈ ਭਾਈ। ਆਪ ਮੁਕਤ ਅਵਰਾ ਮੁਕਤ ਕਰਾਵੇ, ਹਰ ਨਾਮ ਜਪੈ ਹਰ ਤੇ ਸੁਖ ਪਾਵੇ। ਆਹ ਦੱਸਦਾ ਹੈ ਭਾਈ ਬਈ ਇਸ ਤਰੀਕੇ ਦੇ ਨਾਲ ਧਿਆਨ ਸਿਮਰਨ ਕਰ ਲਓ, ਮਾਲਕ ਨੂੰ ਜਪ ਲਓ ਔਰ ਸੁਖੀ ਹੋ ਜਾਓ। ਇਹਨਾਂ ਨੂੰ ਗਾਈਡ ਕਹਿੰਦੇ ਆ, ਇਹਨਾਂ ਨੂੰ ਸਤਿਗੁਰੂ ਕਹਿੰਦੇ ਆ। ਬਿਨ ਸਤਿਗੁਰ ਸਭ ਮੋਈ ਬਿਲਾਏ। ਇਹਨਾਂ ਤੋਂ ਬਗੈਰ ਇਹ ਬ੍ਰਹਮ ਗਿਆਨ ਤੋਂ ਬਗੈਰ ਜਿੰਨੇ ਵੀ ਜੀਵ ਆਉਂਦੇ ਆ ਉਹ ਬਸ ਨਹੀਂ ਲੈਂਦੇ। ਹਰੇਕ ਦੇ ਜੀਵਨ ਦੇ ਵਿੱਚ ਜਿਹੜਾ ਹੈਗਾ ਲਿਵ ਔਰ ਤਾਤ ਤਾਂ ਆਟੋਮੈਟਿਕਲੀ ਆਪਾਂ ਤਾਤ ਦੇ ਵਿੱਚ ਤਾਂ ਵਿਚਰ ਰਹੇ। ਲਿਵ ਵਾਲੀ ਗੱਲ ਇਹ ਗਿਆਨ ਆਉਂਦਾ ਲੈ ਨਾ ਲੈ ਉਹਦੀ ਮਰਜ਼ੀ ਆ। ਲੈਫਟ ਰਾਈਟ ਕਿਹੜਾ ਮਰਜ਼ੀ ਪੈਰ ਚੁੱਕ ਲੈ, ਲਿਵ ਵਾਲਾ ਜਾਂ ਤਾਤ ਵਾਲਾ। ਬਿਨ ਸਤਿਗੁਰ ਸਭ ਮੋਈ ਬਿਲਾਏ। ਸਾਰੇ ਐਵੇਂ ਹੀ ਜਿਹੜੇ ਹੈਗੇ ਆਪਣਾ ਜਿਹੜਾ ਹੈਗਾ ਮਨੁੱਖੀ ਜੂਨ ਜਿਹੜੀ ਗਵਾ ਦਿੰਦੇ ਆ, ਬਿਲਖਦੇ ਬਿਲਾਉਂਦੇ ਆ, ਦੁਖੀ ਰਹਿੰਦੇ ਆ। ਮਾਇਆ ਦੇ ਵਿੱਚ ਸੁੱਖ ਨਹੀਂ ਹੈ। ਅਨਦਿਨ ਦਾਜੇ ਸ਼ਾਂਤ ਨਾ ਪਾਏ। ਦਾਜੇ ਕਹਿੰਦੇ ਸੜਦੇ ਆ, ਅਨਦਿਨ ਸੜਦੇ ਆ। ਦੇਖ ਲਓ ਕਿੰਨੇ ਕੋਈ ਹੈ ਜਿਹੜਾ ਹੈਗਾ ਧਨਵਾਨ ਜਿਹੜਾ ਹੈਗਾ, ਜਿਹੜੇ ਵੀ ਦੇਖ ਲਓ ਕੋਈ ਹੈ ਸੁਖੀ। ਦੇਖ ਲਓ ਕਿਵੇਂ ਜਿਹੜੇ ਆ ਬੱਚਿਆਂ ਨੂੰ ਕਿਵੇਂ ਡਾਂਟਦੇ, ਕਿਵੇਂ ਘਰ ਵਾਲੇ ਨੂੰ ਕਿਵੇਂ ਜਿਹੜਾ ਇੱਕ ਦੂਸਰੇ 'ਚ ਲੜਾਈ ਝਗੜੇ ਹੋ ਰਹੇ, ਸਾਰਾ ਕੁਝ ਦੇਖ ਲਓ। ਕੋਈ ਚੈਨ ਹੈਗਾ ਕਿਸੇ ਨੂੰ? ਅਨਦਿਨ ਦਾਜੈ ਸ਼ਾਂਤ ਨਾ ਪਾਏ। ਸ਼ਾਂਤੀ ਤਾਂ ਆਉਂਦੀ ਨਹੀਂ, ਪਾਉਂਦੇ ਹੀ ਨਹੀਂ, ਕਹਿੰਦੇ ਹੈ ਹੀ ਨਹੀਂ ਸ਼ਾਂਤੀ ਇਹਦੇ ਵਿੱਚ। ਸਤਿਗੁਰ ਮਿਲੇ ਸਭ ਤ੍ਰਿਸ਼ਨ ਬੁਝਾਏ। ਜਿਹਨੂੰ ਗੁਰੂ ਮਿਲ ਗਿਆ, ਜਿਹਨੂੰ ਆਹ ਗਾਈਡੈਂਸ, ਆਹ ਗੁਰੂ, ਆਹ ਗਿਆਨ ਲੱਭ ਗਿਆ, ਆਹ ਧਿਆਨ ਸਿਮਰਨ, ਆਹ ਅਸਲੀ ਜਿਹੜੀ ਹੈਗੀ ਆ ਧਨ ਵਿਆਜਣ ਦੀ ਜਿਹੜੀ ਮੱਤ ਆ ਗਈ, ਸਾਰੀ ਤ੍ਰਿਸ਼ਨਾ ਬੁਝ ਜਾਏਗੀ। ਉਹਦੀ ਸਾਰੀ ਅੱਗ ਜਿਹੜੀ ਤ੍ਰਿਸ਼ਨਾ ਦੀ ਅੱਗ ਬੁਝ ਜਾਏਗੀ। ਨਾਨਕ ਨਾਮ ਹੈ ਸ਼ਾਂਤ ਸੁਖ ਪਾਏ। ਇਸ ਨਾਮ ਦੇ ਦੁਆਰਾ, ਨਾਮ ਧਨ ਦੇ ਦੁਆਰਾ ਸ਼ਾਂਤੀ ਆ ਜਾਏਗੀ, ਸੁਖੀ ਹੋ ਜਾਏਗਾ। आज ही शब्द भी पूरा हो गया, 2 शब्द होए। ਇਹ ਧਨ ਦੇ ਬਾਰੇ ਮਹਾਰਾਜ ਹੋਰ ਗਿਆਨ ਦੇਣਗੇ ਆਪਾਂ ਨੂੰ। ਕੱਲ ਆਪਾਂ ਲਵਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਸਾਰੇ ਸੰਗਤ ਨੂੰ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦੀ ਜਿਹੜਾ ਗਿਆਨ ਹੈਗਾ ਇਹਦੇ ਵਿੱਚ ਡੈਫੀਨੇਸ਼ਨਾਂ ਹੈਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦੇ ਗਿਆਨ ਦੇ ਵਿੱਚ ਡੈਫੀਨੇਸ਼ਨਾਂ ਹੈਗੀਆਂ। ਇਹਨੂੰ ਜਿਹੜਾ ਬਾਰ-ਬਾਰ ਸੁਣਨਾ ਪਊਗਾ। ਇਹ ਡੈਫੀਨੇਸ਼ਨਾਂ ਪਤਾ ਲੱਗੂਗੀਆਂ ਆਪਾਂ ਨੂੰ। ਤੇ ਧਨ ਕਿਹਨੂੰ ਕਹਿੰਦੇ ਆ ਪਾਏ, ਔਰ ਕਿਵੇਂ ਵਿਆਜਣਾ ਹੈ, ਔਰ ਅੰਮ੍ਰਿਤ ਕੀ ਹੈਗਾ, ਸਾਰਾ ਜਿਹੜਾ ਪੂਰੀ ਡੈਫੀਨੇਸ਼ਨ ਹਰ ਤਰ੍ਹਾਂ ਦੀ ਜਿਹੜੇ ਬਹੁਤ ਗਿਆਨ ਹੈਗਾ। ਇਹੀ ਉਹ ਧਨ ਹੈ ਜਿਹਦੇ ਚ ਗੁਰਬਾਣੀ ਕਹਿੰਦੀ ਹੈ ਕਿ ਜਿਹੜਾ ਖਾਵੋ ਖਰਚੋ ਰਲ ਮਿਲ ਭਾਈ, ਵੱਧ ਹੋ ਜਾਏ। ਬਿਲਕੁਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖ ਲਓ ਬਾਣੀ ਕੜੀਆਂ ਮਗਰ ਖੁੱਲ ਰਹੀ ਬਾਣੀ ਮਹਾਰਾਜ ਦੀ। ਤਾਂ ਵਾਹਿ ਖਾਲਸਾ, ਵਾਹਿ ਫਤਿਹ ਜੀ। हाँ डेफिनेशन ले लेंगे ना। क्या क्या कि गुरबाणी इस जग में चानन कर्म वसे मन आए। हाँ चानन है गया। बिल्कुल वीर जी, तुसी ना 2-3 दिन गायब रह गए हो, मैनू नजर नहीं आए। माफी मांगता हूं। हाँ एवें ना करिया करो। बहुत कीमती ज्ञान आ रहा है, बहुत मालक दी बहुत मेरे जी संगत जिहड़ी है मालक वरत रहा है। मालक वरत रहा है, इस तो उपर कोई चीज नहीं हैगी, इस तो उपर नहीं हैगा कुछ। वाहिगुरू जी का खालसा, वाहिगुरू जी की फतेह जी। वाहिगुरू जी का वाहिगुरू जी का खालसा, वाहिगुरू जी की फतेह। साध संगत जीओ, वीर जीओ। हाँ जी वीर जी। वाहिगुरू जी का खालसा, वाहिगुरू जी की फतेह जीओ। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। साध संगत जी। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। हाँ जी, वाहिगुरू जी का खालसा, वाहिगुरू जी की फतेह।